ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਅਗਲਾ ਲੈਕਚਰ। ਇਹਦੇ ਵਿੱਚ ਆਪਾਂ ਪ੍ਰਸ਼ਨ ਕਵਰ ਕਰਾਂਗੇ 800 ਤੋਂ ਲੈ ਕੇ 1000 ਦੇ ਵਿੱਚ। ਠੀਕ ਹੈ ਜੀ। ਸਾਰੇ ਬੱਚਿਆਂ ਨੇ ਵੀਡੀਓ ਧਿਆਨ ਨਾਲ ਲਾਉਣੀ ਹੈ, ਕੋਈ ਵੀ ਚੀਜ਼ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਪੂਰੇ ਵਧੀਆ ਢੰਗ ਨਾਲ ਆਪਾਂ ਕਲਾਸ ਲਾਵਾਂਗੇ। ਓਕੇ ਜੀ। ਇਸ ਤੋਂ ਪਹਿਲਾਂ ਵੀ ਆਪਣੇ ਬਹੁਤ ਵਧੀਆ ਪ੍ਰਸ਼ਨ ਹੋ ਚੁੱਕੇ, ਪੂਰੀ ਡਿਟੇਲ ਦੇ ਵਿੱਚ ਆਪਾਂ ਪ੍ਰਸ਼ਨ ਕਰਦੇ ਹਾਂ। ਕੋਈ ਇਹ ਨਹੀਂ ਹੈਗਾ ਕਿ ਸਿਰਫ ਆਪਾਂ ਫਾਰਮੈਲਿਟੀ ਕਰਨੀ ਹੁੰਦੀ ਹੈ। ਤਾਂ ਉਹਦੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਠੀਕ ਹੈ ਜੀ। ਅਤੇ ਅਤੇ ਨਵੀਂ ਅਪਡੇਟ ਲੈਣ ਵਾਸਤੇ। ਅਤੇ ਚਲੋ ਹੁਣ ਚੱਲਦੇ ਹਾਂ ਪਹਿਲੇ ਪ੍ਰਸ਼ਨ 'ਤੇ। ਕੀ ਕਹਿ ਰਹੇ ਨੇ ਪਹਿਲੇ ਪ੍ਰਸ਼ਨ ਦੇ ਵਿੱਚ? ਕਹਿੰਦੇ ਹੂ ਵਾਜ਼ ਕਾਲਡ ਲਿਛਵੀ ਦਹਿਤਰਾ। ਠੀਕ ਹੈ ਜੀ। ਲਿਛਵੀ ਦਹਿਤਰਾ ਇਹਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ? ਇਹਨਾਂ ਦੇ ਵਿੱਚੋਂ ਕਿਹਨੂੰ ਜਾਣਿਆ ਜਾਂਦਾ ਭਾਈ? ਇਹਨਾਂ ਦੇ ਨਾਮ ਵਿੱਚੋਂ ਇਹਨਾਂ 'ਚੋਂ ਜਾਣਿਆ ਜਾਂਦਾ ਬੱਚੋ ਸਮੁੰਦਰ ਗੁਪਤ ਨੂੰ ਲਿਛਵੀ ਦਹੱਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਮੁੰਦਰ ਗੁਪਤ ਕੌਣ ਆ ਬੱਚਿਓ? ਇਹ ਸਮੁੰਦਰ ਗੁਪਤ ਹੈਗਾ ਚੰਦਰ ਗੁਪਤ ਦਾ ਪੁੱਤਰ। ਚੰਦਰ ਗੁਪਤ ਪਹਿਲੇ ਦਾ ਜਿਹੜਾ ਮੁੰਡਾ ਗਾ ਉਹ ਹੈਗਾ ਸਮੁੰਦਰ ਗੁਪਤ। ਜਿਹੜੀ ਸਮੁੰਦਰ ਗੁਪਤ ਦੀ ਮਾਤਾ ਸੀ ਉਹ ਲਿਛਵੀ ਵੰਸ਼ ਨਾਲ ਸੰਬੰਧਿਤ ਸੀ। ਠੀਕ ਹੈ ਜੀ। ਲਿਖਿਆ ਹੋਇਆ ਥੱਲੇ ਦੇਖੋ। ਚੰਦਰਗੁਪਤ ਪਹਿਲੇ ਦਾ ਵਿਆਹ ਲਿਛਵੀ ਵੰਸ਼ ਦੀ ਰਾਜਕੁਮਾਰੀ ਦੇਵੀ ਨਾਲ ਹੋਇਆ ਸੀ। ਠੀਕ ਹੈ ਜੀ। ਚੰਦਰਗੁਪਤ ਦਾ ਪਹਿਲੇ ਦਾ ਜਿਹੜਾ ਚੰਦਰਗੁਪਤ ਪਹਿਲਾ ਸੀ ਉਹਦਾ ਵਿਆਹ ਲਿਛਵੀ ਵੰਸ਼ ਦੀ ਰਾਜਕੁਮਾਰੀ ਦੇਵੀ ਨਾਲ ਹੋਇਆ ਸੀ। ਇਹਨਾਂ ਦੇ ਪੁੱਤਰਾਂ ਦਾ ਨਾਮ ਸੀ ਸਮੁੰਦਰ ਗੁਪਤ। ਇਸਨੇ ਆਪਣੇ ਆਪ ਨੂੰ ਲਿਛਵੀ ਦਹੱਤਰ, ਜਿਹਦਾ ਮਤਲਬ ਹੈਗਾ ਦਹੱਤਰ ਦਾ ਮਤਲਬ ਹੁੰਦਾ ਪੁੱਤਰ, ਲਿਛਮੀ ਦਾ ਪੁੱਤਰ ਅਖਵਾਇਆ, ਜਿਸ ਦਾ ਅਰਥ ਹੈ ਲਿਛਮੀ ਰਾਣੀ ਦਾ ਬੇਟਾ। ਠੀਕ ਹੈ ਜੀ। ਅਤੇ ਕਵੀਰਾਜ ਦੇ ਨਾਂ ਨਾਲ ਕਿਹਨੂੰ ਜਾਣਿਆ ਜਾਂਦਾ? ਕਵੀਰਾਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਗਾ ਸਮੁੰਦਰ ਗੁਪਤ ਨੂੰ। ਠੀਕ ਹੈ ਜੀ। ਸਮੁੰਦਰ ਗੁਪਤ ਨੂੰ ਜਾਣਿਆ ਜਾਂਦਾ ਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ। ਕਹਿੰਦੇ ਬਰਮਾ ਮੰਦਰ ਕਿਸ ਸਥਾਨ 'ਤੇ ਹੈ? ਚਾਰ ਆਪਸ਼ਨ ਤੁਹਾਡੇ ਸਾਹਮਣੇ ਆ। ਬਾਹਲਾ ਟਾਈਮ ਨਹੀਂ ਬਰਬਾਦ ਕਰਦੇ ਕਿਉਂਕਿ ਇੱਕ ਵਾਰੀ ਵੀਡੀਓ ਦੇਖ ਲਿਆ ਕਰੋ, ਇਹ 'ਚ ਮੇਨ ਫੈਕਟ ਸਮਝਾਉਣੇ ਹੁੰਦੇ ਆ। ਇਹ ਹੈਗੇ ਪੁਸ਼ਕਰ ਦੇ ਵਿੱਚ। ਠੀਕ ਹੈ ਜੀ। ਪੁਸ਼ਕਰ ਦੇ ਵਿੱਚ ਹੈ ਬਰਮਾ ਮੰਦਰ। ਕਿੱਥੇ ਹੈ ਪੁਸ਼ਕਰ? ਰਾਜਸਥਾਨ ਦੇ ਵਿੱਚ ਪੁਸ਼ਕਰ ਦੇ ਵਿੱਚ ਹੈ ਬਰਮਾ ਮੰਦਰ। ਗੋਆ ਨੂੰ ਕਿੰਨਵਾਂ ਸਟੇਟ ਦਾ ਦਰਜਾ ਦਿੱਤਾ ਗਿਆ ਹੈਗਾ? ਗੋਆ ਨੂੰ ਇਨ ਵਿੱਚ ਰੈਂਕ ਗੋਆ ਬੀਕਮ ਦਾ ਸਟੇਟ ਆਫ ਇੰਡੀਆ। ਕਿੰਨਵਾਂ ਦਰਜਾ ਇਹਨਾਂ ਕੋਲ ਬੱਚਿਓ? ਇਹਨਾਂ ਕੋਲ ਹੈਗਾ ਦਰਜਾ B, 25ਵਾਂ ਦਰਜਾ, 25ਵੇਂ ਨੰਬਰ ਦੀ ਸਟੇਟ ਆਪਣੀ ਕਿਹੜੀ? ਗੋਆ। ਇਹ ਗੋਆ 1987 ਦੇ ਵਿੱਚ ਬਣਿਆ ਸੀ। ਹੁਣ ਤੁਹਾਨੂੰ ਪੁੱਛਣਗੇ ਕਿ ਗੋਆ ਕਿਦੋਂ ਬਣਿਆ ਸੀ? ਗੋਆ ਬਣਿਆ ਸੀ 1987 ਦੇ ਵਿੱਚ। ਅਤੇ ਸਿੱਕਮ ਵੀ ਪੁੱਛ ਲੈਂਦੇ। ਸਿੱਕਮ ਬਣਿਆ ਸੀ 1985 ਦੇ ਵਿੱਚ। ਥੋੜ੍ਹੇ ਟਾਈਮ ਬਾਅਦ ਬਣੇ ਸੀ। ਸਿੱਕਮ ਦਾ ਬਣਿਆ ਸੀ 1985 ਦੇ ਵਿੱਚ ਅਤੇ ਗੋਆ ਬਣਿਆ ਸੀ 1987 ਦੇ ਵਿੱਚ। ਅਤੇ ਗੋਆ ਆਜ਼ਾਦ ਕਦੋਂ ਹੋਇਆ ਸੀ? ਗੋਆ ਆਜ਼ਾਦ ਹੋਇਆ ਸੀ 1961 ਦੇ ਵਿੱਚ। 1961 ਦੇ ਵਿੱਚ ਹੋਇਆ ਸੀ। ਪੁਰਤਗਾਲੀਆਂ ਦੁਆਰਾ ਇਸ ਸਾਲ ਗੋਆ ਨੂੰ ਛੱਡ ਕੇ ਚਲੇ ਗਏ ਸਨ। ਅਤੇ ਦਮਨ ਅਤੇ ਦਿਊ ਗੋਆ ਇਹ ਦੋਨੇ ਇੱਕ ਸਾਲ ਹੀ ਬਣੇ ਸੀ, ਦਮਨ ਅਤੇ ਦਿਊ। ਠੀਕ ਹੈ ਜੀ। ਇਹ ਗੱਲਾਂ ਇੱਥੇ ਜ਼ਿਆਦਾ ਰੱਖ ਲਿਓ। ਗੋਆ ਬਣਿਆ ਕਦੋਂ ਸੀ? ਸਟੇਟ ਦਾ ਦਰਜਾ ਕਦੋਂ ਪ੍ਰਾਪਤ ਹੋਇਆ? 25ਵੀਂ ਸਟੇਟ ਦਾ ਦਰਜਾ ਪ੍ਰਾਪਤ ਹੋਇਆ 1987 ਦੇ ਵਿੱਚ। ਅਤੇ ਆਜ਼ਾਦ ਕਦੋਂ ਹੋਇਆ ਗੋਆ? 1961 ਦੇ ਵਿੱਚ। ਕਿਤੋਂ ਆਜ਼ਾਦ ਹੋਇਆ ਸੀ? ਪੁਰਤਗਾਲੀਆਂ ਤੋਂ। ਠੀਕ ਹੈ ਜੀ। ਅਤੇ ਇਹਦੇ ਗੋਆ ਦੇ ਨਾਲ ਹੋਰ 1987 ਦੇ ਵਿੱਚ ਹੋਰ ਕਿਹੜੀ ਚੀਜ਼ ਬਣੀ ਸੀ? ਦਮਨ ਐਂਡ ਦਿਊ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਅਗਲਾ ਪ੍ਰਸ਼ਨ। ਕਹਿੰਦੇ ਫਸਟ ਵੂਮਨ ਪ੍ਰੈਜ਼ੀਡੈਂਟ ਆਫ INC, ਇੰਡੀਅਨ ਨੈਸ਼ਨਲ ਕਾਂਗਰਸ, ਜਿਹੜੀ ਕਿ 1885 ਈਸਵੀ ਦੇ ਵਿੱਚ ਬਣੀ ਸੀ, ਜਿਹਦਾ ਫਾਊਂਡਰ ਸੀ A.O. ਹਿਊਮ। ਠੀਕ ਹੈ ਜੀ। ਇਹਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਦੇਖੋ ਬੱਚੋ, ਇਹਨਾਂ ਨੇ ਪਹਿਲੀ ਮਹਿਲਾ ਪ੍ਰਧਾਨ ਕਹੀ ਹੈ, ਨਾ ਤਾਂ ਇਹਨਾਂ ਨੇ ਭਾਰਤੀ ਕਹੀ ਹੈ। ਜਿਹਦਾ ਭਾਰਤੀ ਕਹਿ ਦਿੰਦੇ ਮਹਿਲਾ ਪ੍ਰਧਾਨ ਕੌਣ ਸੀ? ਫਿਰ ਤਾਂ ਆਨਸਰ ਆਉਣਾ ਸੀ ਆਪਣਾ ਸਰੋਜਨੀ ਨਾਇਡੂ। 1925 ਦੇ ਵਿੱਚ ਬਣੀ ਸੀ INC ਪ੍ਰੈਜ਼ੀਡੈਂਟ। ਪਰ ਇਹਨਾਂ ਨੇ ਸਿਰਫ ਕਿਹਾ ਮਹਿਲਾ ਕਿਹੜੀ ਬਣੀ ਸੀ ਪਹਿਲੀ। ਜੋ ਪਹਿਲੇ ਦੀ ਗੱਲ ਆ ਗਈ ਫਿਰ ਆਪਾਂ ਲਾਵਾਂਗੇ ਐਨੀ ਬੈਸੈਂਟ। 3 ਨੰਬਰ ਆਪਸ਼ਨ। ਦੇਖੋ ਜੀ, ਇਹ 1917 ਦੇ ਵਿੱਚ ਪ੍ਰਧਾਨ ਬਣੀ ਸੀ ਐਨੀ ਬੈਸੈਂਟ। ਠੀਕ ਹੈ ਜੀ। ਅਤੇ ਭਾਰਤੀ ਪਹਿਲੀ ਮਹਿਲਾ INC ਪ੍ਰਧਾਨ ਸਰੋਜਨੀ ਨਾਇਡੂ। ਭਾਰਤੀ ਪਹਿਲੀ ਮਹਿਲਾ ਇਹ INC ਪ੍ਰਧਾਨ ਕਿਹੜੀ ਹੈ? ਸਰੋਜਨੀ ਨਾਇਡੂ। ਜੇ ਇਕੱਲੀ ਔਰਤ ਪੁੱਛ ਲਈ, ਪਹਿਲੀ ਪੁੱਛ ਲਈ ਕਿਹੜੀ ਹੈ, ਫਿਰ ਆਪਾਂ ਕਹਾਂਗੇ ਉਹ ਆਪਣੀ ਐਨੀ ਬੈਸੈਂਟ। ਸਰੋਜਨੀ ਨਾਇਡੂ ਕਦੋਂ ਬਣੀ ਸੀ? 1925 ਦੇ ਵਿੱਚ। ਅਤੇ ਮਹਾਤਮਾ ਗਾਂਧੀ ਕਦੋਂ ਬਣੀ ਸੀ? 1924 ਦੇ ਵਿੱਚ। ਇੱਕ ਸਾਲ ਦਾ ਵਿੱਥ ਸੀ ਇਹਨਾਂ ਦੀ। ਇਹ ਤੋਂ ਬਾਅਦ ਫਸਟ ਫੀਮੇਲ ਡਿਟੇਲ ਦੇ ਵਿੱਚ ਕਰਾਂਗੇ ਆਪਾਂ। ਇਸ ਤੋਂ ਅੱਗੇ ਫਸਟ ਫੀਮੇਲ ਤੋਂ ਕੋਈ ਨਹੀਂ ਪੁੱਛੀ ਜਾਊਗੀ। ਫਸਟ ਇੰਡੀਅਨ ਫੀਮੇਲ ਚੇਅਰਪਰਸਨ ਆਫ ਇੰਡੀਅਨ ਨੈਸ਼ਨਲ ਕਾਂਗਰਸ। ਕਹਿੰਦੇ ਪਹਿਲੀ ਭਾਰਤੀ ਔਰਤ ਦੱਸੋ ਜਿਹੜੀ ਕਿ ਇੰਡੀਅਨ ਨੈਸ਼ਨਲ ਕਾਂਗਰਸ, ਜਿਹਨੂੰ ਆਪਾਂ INC ਜੀ ਕਹਿ ਦਿੰਦੇ ਹਾਂ, ਉਹਦੀ ਪ੍ਰਧਾਨ ਰਹੀ ਹੈ। ਇਹ ਰਹੀ ਹੈ ਬੱਚੋ ਸਰੋਜਨੀ ਨਾਇਡੂ 1925 ਦੇ ਵਿੱਚ। ਨੰਬਰ 2 'ਤੇ ਫਸਟ ਵੂਮੈਨ ਜਿਹੜੀ ਕਿ ਮਾਊਂਟ ਐਵਰੈਸਟ 'ਤੇ ਚੜ੍ਹੀ ਸੀ, ਇਹਦਾ ਨਾਮ ਹੈਗਾ ਬਚਿੱਤਰੀ ਪਾਲ, 1984 ਦੇ ਵਿੱਚ ਚੜ੍ਹੀ ਸੀ। ਫਸਟ ਵੂਮੈਨ ਕੈਬਨਿਟ ਮਿਨਿਸਟਰ ਇਹ ਹੈਗੀ ਰਾਜਕੁਮਾਰੀ ਅੰਮ੍ਰਿਤਾ ਕੌਰ। 1947 ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹਨੂੰ ਪਹਿਲੀ ਆਪਣੀ ਕੈਬਨਿਟ ਮਿਨਿਸਟਰ ਬਣਾਇਆ ਗਿਆ ਸੀ।
ਠੀਕ ਹੈ ਜੀ। ਇਸ ਤੋਂ ਬਾਅਦ ਫਸਟ ਵੂਮੈਨ ਚੇਅਰਪਰਸਨ ਆਫ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਕੌਣ ਬਣੀ ਹੈ? ਵਿਜੇ ਲక్ష్ਮੀ ਪੰਡਤ। ਫਸਟ ਵੂਮੈਨ ਪ੍ਰੈਜ਼ੀਡੈਂਟ ਕੌਣ ਬਣੀ ਸੀ? ਰਾਸ਼ਟਰਪਤੀ ਕਿਹੜੀ ਬਣੀ ਸੀ ਪਹਿਲੀ ਔਰਤ? ਪ੍ਰਤਿਭਾ ਦੇਵੀ ਸਿੰਘ ਪਾਟਿਲ। ਫਸਟ ਵੂਮੈਨ ਸਪੀਕਰ ਆਫ ਲੋਕ ਸਭਾ ਮੀਰਾ ਕੁਮਾਰੀ 2009 ਦੇ ਵਿੱਚ ਬਣੀ ਸੀ। ਫਸਟ ਸਪੀਕਰ ਸੀ ਲੋਕ ਸਭਾ ਦੀ ਇਹ ਵੂਮੈਨ ਸੀ ਜਿਹੜੀ। ਫਸਟ ਵੂਮੈਨ ਡਿਪਟੀ ਚੇਅਰਮੈਨ ਆਫ ਰਾਜ ਸਭਾ। ਰਾਜ ਸਭਾ ਦਾ ਜਿਹੜਾ ਚੇਅਰਮੈਨ ਤਾਂ ਹੁੰਦਾ, ਚੇਅਰਮੈਨ ਕੌਣ ਹੁੰਦਾ? ਉਪ ਰਾਸ਼ਟਰਪਤੀ। ਠੀਕ ਹੈ ਜੀ, ਉਪ ਰਾਸ਼ਟਰਪਤੀ ਹੁੰਦਾ ਇਹ ਚੇਅਰਮੈਨ ਹੁੰਦਾ ਗਾ ਰਾਜ ਸਭਾ ਦਾ। ਅਤੇ ਇਹਦਾ ਵਾਈਸ ਚੇਅਰਮੈਨ ਦੇ ਤੌਰ 'ਤੇ ਫਸਟ ਡਿਪਟੀ ਚੇਅਰਮੈਨ ਕੌਣ ਬਣੀ ਸੀ? ਇਹ ਬਣੀ ਸੀ ਆਪਣੀ ਮਾਰਗਰੇਟ ਅਲਵਾ। 1983 ਤੋਂ ਲੈ ਕੇ 1985 ਤੱਕ ਰਹੀ ਹੈ ਇਹ। ਫਸਟ ਵੂਮੈਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਦਰਾ ਗਾਂਧੀ। ਇੰਦਰਾ ਗਾਂਧੀ ਆਪਣੀ ਪਹਿਲੀ ਪ੍ਰਾਈਮ ਮਿਨਿਸਟਰ ਰਹੀ, ਇਸ ਨੂੰ ਪਤਾ ਹੀ ਹੈ। ਤਾਂ ਸਭ ਤੋਂ ਪਹਿਲਾਂ ਅੰਟਾਰਕਟਿਕਾ 'ਤੇ ਪਹੁੰਚਣ ਵਾਲੀ ਔਰਤ ਕਿਹੜੀ ਸੀ? ਮੇਹਰ ਮੌਸ, ਜਿਹੜੀ ਕਿ 1970 ਦੇ ਵਿੱਚ ਪਹੁੰਚੀ ਸੀ। ਫਸਟ IAS ਅਫਸਰ ਅੰਨਾ ਰਾਜਮ ਜੌਰਜ IAS ਅਫਸਰ ਸੀ। ਜੇ IPS ਹੋ ਜਾਏ ਫਿਰ ਕਿਰਨ ਬੇਦੀ ਹੋ ਜਾਂਦੀ। ਫਸਟ ਫੀਮੇਲ ਚੀਫ ਜਸਟਿਸ, ਪਹਿਲੀ ਜੱਜ ਕਿਹੜੀ ਸੀ ਆਪਣੀ? ਚੀਫ ਜਸਟਿਸ ਕੌਣ ਸੀ? ਲੀਲਾ ਸੇਠ 1191 ਦੇ ਵਿੱਚ। ਪਹਿਲੀ ਆਪਣੀ ਡਿਫੈਂਸ ਮਿਨਿਸਟਰ ਕਿਹੜੀ ਹੈ? ਰੱਖਿਆ ਮੰਤਰੀ ਕਿਹੜੀ ਸੀ? ਨਿਰਮਲਾ ਸੀਤਾਰਮਨ। ਪਹਿਲੀ ਔਰਤ ਜਿਹਨੂੰ ਭਾਰਤ ਰਤਨ ਮਿਲਿਆ ਸੀ? ਇੰਦਰਾ ਗਾਂਧੀ। ਫਸਟ ਔਰਤ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ? ਮਦਰ ਟਰੇਸਾ 1979 ਦੇ ਵਿੱਚ। ਫਸਟ ਵੂਮੈਨ ਕੰਪਲੀਟ ਸੈਂਚੁਰੀ ਬਾਰਡ ਕ੍ਰਿਕਟ ਕੱਪ ਦੇ ਵਿੱਚ। ਪਹਿਲੀ ਔਰਤ ਜਿਹਨੇ ਬਾਰਡ ਕੱਪ ਦੇ ਵਿੱਚ ਸੈਂਚੁਰੀ ਕੰਪਲੀਟ ਕੀਤੀ ਸੀ? ਥੈਰਿਸ਼ ਕੈਮੀਨੀ। ਫਸਟ ਟੂ ਵਿਨ ਸਿਲਵਰ ਓਲੰਪਿਕ ਬੈਡਮਿੰਟਨ ਦੇ ਵਿੱਚ ਸਭ ਤੋਂ ਪਹਿਲਾਂ ਕਿਹਨੇ ਸਿਲਵਰ ਦਾ ਮੈਡਲ ਜਿੱਤਿਆ? PV ਸਿੱਧੂ ਨੇ। ਫਸਟ ਇੰਡੀਅਨ ਵੂਮੈਨ ਟੂ ਬੀਕਮ ਮੈਂਬਰ ਆਫ ਇੰਟਰਨੈਸ਼ਨਲ ਓਲੰਪਿਕ ਕਮੇਟੀ? ਨੀਤਾ ਮਾਨੀ। ਕਹਿੰਦੇ ਦੱਸੋ ਕਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਵਿੱਚ ਪਹਿਲੀ ਕਿਹੜੀ ਵੂਮੈਨ ਜਿਹੜੀ ਮੈਂਬਰ ਬਣੀ ਸੀ? ਨੀਤਾ ਅਬਾਨੀ। ਫਸਟ ਟੂ ਵਿਨ ਬ੍ਰੌਂਜ ਇਨ ਓਲੰਪਿਕ ਰੈਸਲਰ ਦੇ ਵਜੋਂ ਓਲੰਪਿਕ ਦੇ ਵਿੱਚ ਬ੍ਰੌਂਜ ਮੈਡਲ ਸਭ ਤੋਂ ਪਹਿਲਾਂ ਕਿਹਨੇ ਜਿੱਤਿਆ ਸੀ? ਸਾਕਸ਼ੀ ਮਲਿਕ। ਫਸਟ ਇੰਡੀਅਨ ਵੂਮੈਨ ਫਾਈਟਰ ਪਾਇਲਟ ਟੂ ਫਲਾਈ ਏ ਫਾਈਟਰ ਜੈਟ। ਕਹਿੰਦੇ ਪਹਿਲੀ ਔਰਤ ਕਿਹੜੀ ਹੈ ਜਿਹਨੇ ਕਿ ਪਾਇਲਟ ਬਣੀ ਸੀ, ਜਿਹਨੇ ਕਿ ਲੜਾਕੂ ਜਹਾਜ਼ ਚਲਾਇਆ ਸੀ? ਠੀਕ ਹੈ ਜੀ, ਲੜਾਕੂ ਜਹਾਜ਼ ਚਲਾਇਆ ਸੀ ਫਾਈਟਰ ਜੈਟ। ਇਹਦਾ ਨਾਮ ਕੀ ਹੈ? ਅਵਾਨੀ ਚਤੁਰਵੇਦੀ। ਇਹ 2018 ਦੇ ਕਰੰਟ ਅਫੇਅਰ ਦੇ ਵਿੱਚ ਵੀ ਬਹੁਤ ਚਰਚਾ ਦੇ ਵਿੱਚ ਰਹੀ ਹੈ। ਇੱਕ ਇਹ ਅਤੇ ਇੱਕ ਆਪਣੀ ਆਹ ਨੀਚੇ ਵਾਲੀ। ਫਸਟ ਇੰਡੀਅਨ ਨੇਵਲ ਵੂਮੈਨ ਪਾਇਲਟ, ਜਿਹੜੇ ਨੇਵਲ ਨਹੀਂ ਚਲਾਉਂਦੇ ਹੁੰਦੇ, ਕਿਸ਼ਤੀਆਂ ਚਲਾਉਂਦੇ ਹੁੰਦੇ ਪਣਡੁੱਬੀਆਂ ਦੀਆਂ, ਅਤੇ ਉਹ ਸਭ ਤੋਂ ਪਹਿਲਾਂ ਕਿਹਨੇ ਚਲਾਈ ਹੈਗੀ? ਕਿਹੜੀ ਪਹਿਲੀ ਔਰਤ ਆ? ਉਹ ਹੈਗੀ ਆਪਣੀ ਸ਼ੁਭੰਗੀ ਸਵਰੂਪ। ਇਹਨੇ ਵੀ 2018 'ਚ ਚਲਾਈ ਸੀ। ਫਸਟ ਫੀਮੇਲ IIC, ਠੀਕ ਹੈ ਜੀ, ਇੰਡੀਅਨ ਕ੍ਰਿਕਟ ਕਾਊਂਸਲ ਦੇ ਵਿੱਚ ਜਿਹੜੀ ਮੈਚ ਦੀ ਰੈਫਰੀ ਪਹਿਲੀ ਔਰਤ ਕਿਹੜੀ ਰਹੀ ਹੈ? GS ਲక్ష్ਮੀ। ਠੀਕ ਹੈ ਜੀ, ਇਹ ਸਾਰੇ ਯਾਦ ਕਰ ਲਿਓ। ਇਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਹੂ ਹੈਜ਼ ਦਾ ਕੁੱਕ ਆਫ ਅਕਬਰ। ਅਕਬਰ ਦਾ ਰਸੋਈਆ ਕੌਣ ਸੀ? ਤਾਂ ਇਹ ਹੈਗਾ ਸੀ ਮੁਲਾਦੋ ਪਿਆਜੀ। ਪਿਆਜੀ ਨੂੰ ਯਾਦ ਕਰ ਲਓ, ਪਿਆਜ਼, ਇਹਦੇ ਨਾਂ 'ਚ ਪਿਆਜ਼ ਹੈਗਾ। ਠੀਕ ਹੈ ਜੀ, ਕੁੱਕ ਦਾ ਮਤਲਬ ਹੁੰਦਾ ਗਿਆ। ਇਹਦਾ ਰਸੋਈਆ ਕੌਣ ਸੀ? ਇਹਦੇ ਵਿੱਚ ਸਾਇਲੈਂਟ ਵੈਲੀ ਇਜ਼ ਸਿਚੁਏਟਡ। ਸਾਇਲੈਂਟ ਵੈਲੀ ਜਾਂ ਸਾਇਲੈਂਟ ਘਾਟੀ ਕਿਹੜੀ ਜਗ੍ਹਾ 'ਤੇ ਹੈ? ਇਸ ਨੂੰ ਟ੍ਰਿਕ ਦੱਸਦਾ ਹੈ। ਜਿਹੜਾ ਬੰਦਾ ਬਾਹਲਾ ਪੜ੍ਹਿਆ ਲਿਖਿਆ ਹੁੰਦਾ ਉਹ ਹਮੇਸ਼ਾ ਸਾਇਲੈਂਟ ਰਹਿੰਦਾ। ਸਹੀ ਗੱਲ ਹੈ ਕਿ ਨਹੀਂ? ਜਿਹੜਾ ਪੜ੍ਹਿਆ ਲਿਖਿਆ ਬੰਦਾ ਹੁੰਦਾ ਉਹ ਸਾਇਲੈਂਟ ਰਹਿੰਦਾ ਹੈਗਾ। ਤਾਂ ਸਭ ਤੋਂ ਪੜ੍ਹੇ ਲਿਖੇ ਲੋਕ ਜ਼ਿਆਦਾ ਕਿੱਥੇ ਆ? ਕੇਰਲਾ ਦੇ ਵਿੱਚ। ਠੀਕ ਹੈ ਜੀ, ਤਾਂ ਸਾਇਲੈਂਟ ਵੈਲੀ ਕਿੱਥੇ ਹੈ? ਕੇਰਲਾ ਦੇ ਵਿੱਚ। ਕੇਰਲਾ ਦੇ ਵਿੱਚ ਕਿੱਥੇ ਸਥਿਤ ਹੈ ਇਹ ਹੈਗੀ ਨੀਲਗਿਰੀਆਂ ਦੀ ਪਹਾੜੀਆਂ ਦੇ ਵਿੱਚ ਸਥਿਤ ਹੈ। ਠੀਕ ਹੈ ਜੀ, ਨੀਲਗਿਰੀਆਂ ਪਹਾੜੀਆਂ ਦੇ ਵਿੱਚ ਸਥਿਤ ਹੈ ਸਾਇਲੈਂਟ ਵੈਲੀ ਜਾਂ ਸਾਇਲੈਂਟ ਘਾਟੀ। ਸਾਇਲੈਂਟ ਨੈਸ਼ਨਲ ਪਾਰਕ, ਠੀਕ ਹੈ ਜੀ, ਸਾਇਲੈਂਟ ਵੈਲੀ ਨੈਸ਼ਨਲ ਪਾਰਕ ਹੈ ਜਿਹੜਾ, ਉਹ ਵੀ ਇੱਥੇ ਸਥਿਤ ਹੈਗਾ। ਇਹ ਘਾਟੀ ਕਰਨਾਟਕ ਦੇ ਨਾਲ ਆਪਣਾ ਬਾਰਡਰ ਸ਼ੇਅਰ ਕਰਦੀ ਹੈ। ਵੈਸੇ ਤਾਂ ਇਹ ਕੇਰਲਾ ਦੇ ਵਿੱਚ ਹੈ ਘਾਟੀ, ਪਰ ਅੱਧਾ ਬਾਰਡਰ ਇਹ ਕਰਨਾਟਕਾ ਦੇ ਨਾਲ ਸ਼ੇਅਰ ਕਰਦੇ। ਕਿ ਵੀ ਤੁਹਾਨੂੰ ਪੁੱਛਣਾ ਕਿਹੜੀ ਸਟੇਟ ਦੇ ਨਾਲ ਇਹ ਬਾਰਡਰ ਸ਼ੇਅਰ ਕਰਦੀ ਹੈ, ਤਾਂ ਕੱਕੇ ਦੀ ਕੇਰਲਾ ਅਤੇ ਕੱਕੇ 'ਤੇ ਹੀ ਕਰਨਾਟਕ ਹੈ। ਕੱਕੇ ਵਾਲੀ ਦੋਨੀਆਂ ਸਟੇਟਾਂ ਯਾਦ ਕਰ ਲਿਓ। ਆਹ ਤਾਂ ਤੁਹਾਨੂੰ ਬਹੁਤ ਵਾਰੀ ਕਰਵਾਇਆ ਹੋਇਆ, ਥਿਊਰੀ ਵੀ ਕਰਵਾ ਕੇ ਗਿਆ ਇਹਦੇ ਵਿੱਚ ਮੈਂ, ਕਿ 8 ਫੋਲਡ ਪਾਥ ਵਾਜ ਗਿਵਨ ਬਾਏ। ਅਸ਼ਟਾਂਗ ਮਾਰਗ ਦਾ ਉਪਦੇਸ਼ ਕਿਸ ਨੇ ਦਿੱਤਾ ਸੀ? ਇਹ ਸਾਨੂੰ ਸਾਰਿਆਂ ਨੂੰ ਪਤਾ, ਬੁੱਧ ਨੇ ਦਿੱਤਾ ਸੀ। ਕਰਵਾ ਕੇ ਗਿਆ, ਚੰਗੀ ਸੋਚ ਰੱਖਣੀ ਹੈ, ਉਹ ਨਹੀਂ ਕਰਨਾ, ਰਾਈਟ ਟੂ ਹਮੇਸ਼ਾ ਚੰਗਾ ਫੈਸਲਾ ਲੈਣਾ, ਤੁਹਾਨੂੰ ਸਾਰਾ ਕੁਛ ਕਰਵਾ ਕੇ ਗਿਆ ਹੋਇਆ ਥਿਊਰੀ ਦੇ ਵਿੱਚ। ਕਹਿੰਦੇ ਅਕਾਊਂਡਿੰਗ ਟੂ ਦਾ ਇੰਡੀਅਨ ਕੌਂਸਟੀਟਿਊਸ਼ਨ ਵਾਟ ਇਜ਼ ਦਾ ਮੈਕਸੀਮਮ ਟਾਈਮ ਲਿਮਟ ਇਨ ਨੈਸ਼ਨਲ ਐਮਰਜੈਂਸੀ। ਕਹਿੰਦੇ ਨੈਸ਼ਨਲ ਐਮਰਜੈਂਸੀ ਸੰਵਿਧਾਨ ਦੇ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਸਮੇਂ ਲਈ ਲਗਾਈ ਜਾ ਸਕਦੀ ਹੈ? ਦੇਖੋ ਵੀ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਸਮੇਂ ਵਾਸਤੇ ਵੀ ਲਗਾਈ ਜਾ ਸਕਦੀ ਹੈ, ਇਹਦੀ ਕੋਈ ਲਿਮਟ ਨਹੀਂ ਹੈਗੀ। ਤਾਂ ਇਹਦਾ ਆਨਸਰ ਆ ਜਾਊਗਾ D ਨੰਬਰ ਆਪਸ਼ਨ। ਆਪਣੇ 3 ਐਮਰਜੈਂਸੀਆਂ ਤੁਹਾਨੂੰ ਯਾਦ ਹੋਵੇ ਤਾਂ ਤੁਹਾਨੂੰ ਕਰਵਾ ਕੇ ਗਿਆ ਸੀ, 352, 356 ਅਤੇ 360। ਇਹ ਤਾਂ ਹੈਗੀ ਆਪਣੀ ਨੈਸ਼ਨਲ ਐਮਰਜੈਂਸੀ। ਆਹ ਹੈਗੀ ਆਪਣੀ ਸਟੇਟ ਐਮਰਜੈਂਸੀ। ਆਹ ਹੈਗੀ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ। ਫਾਈਨੈਂਸ਼ੀਅਲ ਐਮਰਜੈਂਸੀ ਹਜੇ ਤੱਕ ਆਪਣੇ ਇੱਕ ਵਾਰੀ ਵੀ ਨਹੀਂ ਲੱਗੀ।
ਜਿਹੜੀ ਸਟੇਟ ਐਮਰਜੈਂਸੀ ਹੈ ਬੱਚਿਓ, ਇਹ ਜ਼ਿਆਦਾ ਤੋਂ ਜ਼ਿਆਦਾ 3 ਸਾਲਾਂ ਵਾਸਤੇ ਲੱਗ ਸਕਦੀ ਹੈ। ਇਸ ਨੂੰ ਹੀ ਆਪਾਂ ਪ੍ਰੈਜ਼ੀਡੈਂਟ ਰੂਲ ਕਹਿ ਦਿੰਦੇ ਹਾਂ। ਇਸ ਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਕਹਿ ਦਿੰਦੇ ਹਾਂ ਸਟੇਟ ਐਮਰਜੈਂਸੀ ਨੂੰ। ਠੀਕ ਹੈ ਜੀ, 3 ਸਾਲਾਂ ਵਾਸਤੇ ਵੱਧ ਤੋਂ ਵੱਧ ਲਗਾਈ ਜਾ ਸਕਦੀ ਹੈ। ਪਰ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਇਹਦੇ ਕੋਈ ਵੀ ਟਾਈਮ ਪੀਰੀਅਡ ਨਹੀਂ ਹੈਗਾ, ਨੋ ਟਾਈਮ ਪੀਰੀਅਡ। ਠੀਕ ਹੈ ਜੀ, ਚਲੋ ਚੱਲਦੇ ਹਾਂ ਅਗਲੇ 'ਤੇ। ਲਿਖਿਆ ਹੋਇਆ ਸਾਰਾ ਕੁਛ। ਇਹ ਆਰਟੀਕਲ 352 ਦੇ ਵਿੱਚ ਆਉਂਦੀ ਹੈ ਅਤੇ 356 ਸਟੇਟ ਐਮਰਜੈਂਸੀ ਜ਼ਿਆਦਾ ਤੋਂ ਜ਼ਿਆਦਾ 3 ਸਾਲਾਂ ਵਾਸਤੇ ਹੀ ਲੱਗਦੀ ਹੈ। ਹੂ ਵਾਜ਼ ਦਾ ਲੀਡਰ ਫਰੋਮ ਕਾਨਪੁਰ ਇਨ 1857 ਰਿਵੋਲਟ। 1857 ਦਾ ਜਿਹੜਾ ਵਿਦਰੋਹ ਸੀ, ਠੀਕ ਹੈ ਜੀ, 1857 ਦੇ ਵਿਦਰੋਹ ਦੇ ਵਿੱਚ ਗਦਾਰ ਹੋਣ ਕਰਕੇ ਆਪਣੀ ਆਜ਼ਾਦੀ 100 ਸਾਲ ਲੇਟ ਹੋ ਗਈ ਸੀ। ਠੀਕ ਹੈ ਜੀ, ਜਿਹੜਾ 1857 ਈਸਵੀ ਦਾ ਵਿਦਰੋਹ ਸੀ, ਇਹ ਕਾਨਪੁਰ ਤੋਂ ਕੌਣ ਲੀਡ ਕਰ ਰਿਹਾ ਸੀ? ਇਹਨੂੰ ਕਾਨਪੁਰ ਤੋਂ ਲੀਡ ਕਰ ਰਿਹਾ ਸੀ ਨਾਨਾ ਸਾਹਿਬ। ਅਤੇ ਕੁਨਵਰ ਕਿੱਥੋਂ ਲੀਡ ਕਰ ਰਿਹਾ ਸੀ? ਬਿਹਾਰ ਤੋਂ। ਬੇਗਮ ਹਜ਼ਰਤ ਮਹਿਲ ਕਿੱਥੋਂ ਲੀਡ ਕਰ ਰਹੀ ਸੀ? ਲਖਨਊ ਤੋਂ। ਮੰਗਲ ਪਾਂਡੇ ਕਿੱਥੋਂ ਲੀਡ ਕਰ ਰਿਹਾ ਸੀ? ਬੈਰਕਪੁਰ ਛਾਉਣੀ ਤੋਂ। ਠੀਕ ਹੈ ਜੀ, ਸਾਰਾ ਕੁਝ ਪਹਿਲਾਂ ਡਿਟੇਲ ਦੇ ਵਿੱਚ ਕਰਵਾ ਕੇ ਗਿਆ ਹੋਇਆ। ਆਹ ਆਪਰੇਸ਼ਨ ਇਹਦੇ ਤੁਹਾਨੂੰ ਸਕਰੀਨਸ਼ਾਟ ਵੀ ਪ੍ਰੋਵਾਈਡ ਕਰਵਾਏ ਹੋਏ, ਇਹਦੇ ਵਿੱਚ ਪਿੱਕਾਂ ਲੱਗੀਆਂ ਹੋਈਆਂ ਵਿੱਚ। ਹਿੰਦ ਸਵਰਾਜ ਕਿਸ ਦੁਆਰਾ ਲਿਖੀ ਗਈ ਹੈ? ਬਹੁਤ ਵਾਰੀ ਕਰਵਾ ਕੇ ਗਿਆ, ਬਹੁਤ ਵਾਰੀ ਕਰਵਾ ਕੇ ਗਿਆ। ਹਿੰਦ ਸਵਰਾਜ ਕਿਹਦੀ ਲਿਖੀ ਹੋਈ ਹੈ? ਇਹ ਲਿਖੀ ਹੋਈ ਹੈ ਮਹਾਤਮਾ ਗਾਂਧੀ ਦੀ। ਠੀਕ ਹੈ ਜੀ, ਹਿੰਦ ਸਵਰਾਜ। ਇਹ ਕਿਤਾਬ ਮਹਾਤਮਾ ਗਾਂਧੀ ਜੀ ਨੇ ਕਦੋਂ ਲਿਖੀ ਸੀ? 1909 ਦੇ ਵਿੱਚ ਲਿਖੀ ਸੀ, ਜਦੋਂ ਇਹ ਲੰਡਨ ਤੋਂ ਸਾਊਥ ਅਫਰੀਕਾ ਜਾ ਰਹੇ ਸੀ। ਰਾਹ ਦੇ ਵਿੱਚ ਸਫ਼ਰ ਦੇ ਵਿੱਚ ਇਹਨਾਂ ਨੇ ਇਹ ਬੁੱਕ ਲਿਖੀ ਸੀ। ਠੀਕ ਹੈ ਜੀ। ਜੈਨ ਧਰਮ ਦਾ ਫਾਊਂਡਰ ਕੌਣ ਸੀ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜੈਨ ਧਰਮ ਦਾ ਫਾਊਂਡਰ ਕੌਣ ਸੀ? ਰਿਸ਼ਭਦੇਵ। ਰਿਸ਼ਭਦੇਵ ਜੈਨ ਧਰਮ ਦਾ ਫਾਊਂਡਰ ਸੀ। ਜੇ ਤੋਂ ਪੁੱਛਿਆ ਜਾਂਦਾ ਜੈਨ ਧਰਮ ਦਾ ਰੀਅਲ ਫਾਊਂਡਰ ਕੌਣ ਹੈ? ਰੀਅਲ ਫਾਊਂਡਰ, ਫਿਰ ਤੁਸੀਂ ਕਹਿਣਾ ਗਾ ਆਪਣਾ ਮਹਾਵੀਰ। ਫਿਰ ਆਪਾਂ ਲਾਉਣਾ ਵਰਧਮਾਨ ਮਹਾਵੀਰ। ਕਿੰਨੇ ਨੰਬਰ ਦਾ ਸੀ ਇਹ? 24ਵੇਂ ਨੰਬਰ ਦਾ ਸੀ। ਪਹਿਲਾ ਕੌਣ ਸੀ? ਆਪਣਾ ਰਿਸ਼ਭਦੇਵ। ਇਹ ਰਿਸ਼ਭਦੇਵ ਇੰਨਾ ਮਸ਼ਹੂਰ ਨਹੀਂ ਸੀ। ਸਭ ਤੋਂ ਜ਼ਿਆਦਾ ਜਿਹੜੀ ਪੂਜਾ ਪਾਠ ਕਰੇ ਜਾਂਦੇ ਉਹ ਮਹਾਵੀਰ ਦੀ ਕਰੀ ਜਾਂਦੇ ਆ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਰੀਅਲ ਫਾਊਂਡਰ ਦਾ ਆਨਸਰ ਬਦਲ ਜੀ, ਫਾਊਂਡਰ ਪੁੱਛਿਆ ਕਰ ਲਾ ਫਿਰ ਇਹ ਗੱਲ ਵਿੱਚ। ਆਰਟੀਕਲ ਸੇ ਅਬਾਊਟ ਪਾਰਡਨ ਪਾਵਰ ਆਫ ਪ੍ਰੈਜ਼ੀਡੈਂਟ। ਰਾਸ਼ਟਰਪਤੀ ਦੀ ਮਾਫੀ ਵਾਲੀ ਸ਼ਕਤੀ ਹੈ ਜਿਹੜੀ, ਠੀਕ ਹੈ ਜੀ, ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਏ। ਪਾਰਡਨ ਪਾਵਰ ਆਉਂਦੀ ਹੈ ਆਰਟੀਕਲ 72 ਦੇ ਵਿੱਚ। ਆਰਟੀਕਲ 370 ਕਾਹਦੇ 'ਚ ਆਉਂਦਾ? ਇਹ ਜੰਮੂ ਕਸ਼ਮੀਰ ਨੂੰ ਇੱਕ ਅਲੱਗ ਦਰਜਾ ਦਿੰਦਾ ਹੈਗਾ। ਆਰਟੀਕਲ 52 ਦੇ ਵਿੱਚ ਕੀ ਦੱਸਿਆ ਹੋਇਆ? ਆਰਟੀਕਲ 52 ਦੇ ਵਿੱਚ ਦੱਸਿਆ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਠੀਕ ਹੈ। ਆਰਟੀਕਲ 74 ਦੇ ਵਿੱਚ ਕੀ ਲਿਖਿਆ ਹੋਇਆ? ਪ੍ਰਧਾਨ ਮੰਤਰੀ ਦੇ ਨਾਲ ਉਹਦਾ ਮੰਤਰੀ ਮੰਡਲ ਹੋਵੇਗਾ। ਪ੍ਰਧਾਨ ਮੰਤਰੀ ਨਾਲ ਉਸ ਦਾ ਮੰਤਰੀ ਮੰਡਲ ਹੋਵੇਗਾ। ਠੀਕ ਹੈ ਜੀ, ਸਾਰੇ ਆਰਟੀਕਲ ਯਾਦ ਕਰਵਾ ਕੇ ਗਿਆ ਹੋਇਆ। ਦਾ ਜਨਰਲ ਹੂ ਗਿਵ ਦਾ ਫਾਇਰਿੰਗ ਆਰਡਰ ਐਟ ਜਲਿਆਂਵਾਲੇ ਬਾਗ। ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਦਾ ਆਰਡਰ ਕਿਹਨੇ ਦਿੱਤਾ ਸੀ? ਇਹ ਦਿੱਤਾ ਸੀ ਆਪਣੇ ਡਾਇਰ ਨੇ। ਆਪਣਾ ਤਾਂ ਕਿਹੜਾ ਡਾਇਰ ਆ? ਡਾਇਰ ਨੇ ਦਿੱਤਾ ਸੀ। ਠੀਕ ਹੈ, ਡਾਇਰ ਘਟੀਆ ਬੰਦੇ ਨੇ ਆਰਡਰ ਦਿੱਤਾ ਸੀ। ਠੀਕ ਹੈ, ਇੱਕ ਗੱਲ ਤੁਹਾਨੂੰ ਦੱਸਦਾ, ਇਹ 2 ਬੰਦੇ ਸੀ। ਇੱਕ ਤਾਂ ਹੈਗਾ ਸੀ, ਪੰਜਾਬੀ 'ਚ ਲਿਖ ਦਿੰਦਾ, ਇੱਕ ਤਾਂ ਹੈਗਾ ਸੀ ਮਾਈਕਲ ਓਡਾਇਰ। ਇਹ ਤਾਂ ਉਹ ਟਾਈਮ 'ਤੇ ਗਵਰਨਰ ਸੀ। ਇੱਕ ਸੀ ਜਰਨਲ ਡਾਇਰ, ਇਹ ਉਹ ਸਮੇਂ 'ਤੇ ਕੀ ਸੀ? SP ਸੀ, ਸੁਪਰਡੈਂਟ ਆਫ ਪੁਲਿਸ। ਠੀਕ ਹੈ ਜੀ, ਜਿਹੜਾ ਗੋਲੀ ਚਲਾਉਣ ਦਾ ਆਰਡਰ ਦਿੱਤਾ ਸੀ ਮਾਈਕਲ ਓਡਾਇਰ ਨੇ। ਜਿਹੜੀ ਗੋਲੀ ਚਲਾਈ ਸੀ ਉਹ ਚਲਾਈ ਸੀ ਜਰਨਲ ਓਡਾਇਰ ਨੇ। ਜਿਹੜਾ ਇਹ ਜਰਨਲ ਓਡਾਇਰ ਸੀ ਇਹ ਹਾਰਟ ਅਟੈਕ ਨਾਲ ਮਰ ਗਿਆ ਸੀ। ਅਤੇ ਜਿਹੜਾ ਮਾਈਕਲ ਓਡਾਇਰ ਸੀ ਇਹਨੂੰ ਮਾਰਿਆ ਸੀ ਲੰਡਨ ਦੇ ਵਿੱਚ ਜਾ ਕੇ ਊਧਮ ਸਿੰਘ ਨੇ ਮਾਰਿਆ ਸੀ। ਗੋਲੀ ਚਲਾਉਣ ਦਾ ਆਰਡਰ ਇਹਨੇ ਦਿੱਤਾ ਸੀ, ਚਲਾਈ ਇਹਨੇ ਸੀ। ਠੀਕ ਹੈ ਜੀ, ਅਤੇ ਜਿਹੜਾ ਇਹ ਸੀ ਆਪਣਾ ਜਰਨਲ ਡਾਇਰ, ਇਹ ਪੱਕਾ ਜਰਨਲ ਨਹੀਂ ਸੀ ਉਸ ਸਮੇਂ। ਇਹਨੂੰ ਜਰਨਲ ਦਾ ਚਾਰਜ ਦਿੱਤਾ ਹੋਇਆ ਸੀ। ਜਿਹੜਾ ਅਸਲੀ ਇੰਚਾਰਜ ਸੀ ਇਹਦਾ, ਠੀਕ ਹੈ ਜੀ, ਜਿਹੜਾ ਇਹ ਪ੍ਰੋਗਰਾਮ ਨੂੰ ਲੀਡ ਕਰਨਾ ਸੀ ਜਿਹੜੇ ਨੇ, ਉਹ ਤਾਂ ਹੈ ਨਹੀਂ ਸੀ, ਉਹ ਤਾਂ ਗਿਆ ਬਸ ਛੁੱਟੀ 'ਤੇ। ਇਹਨੂੰ ਚਾਰਜ ਦਿੱਤਾ ਗਿਆ ਸੀ। ਠੀਕ ਹੈ ਜੀ, ਇਹਨੂੰ ਚਾਰਜ ਦਿੱਤਾ ਗਿਆ ਸੀ ਆਰਟੀਫਿਸ਼ਲ ਚਾਰਜ। ਠੀਕ ਹੈ, ਤਾਂ ਵੀ ਇਹਨੇ ਬਹੁਤ ਗਲਤ ਕੰਮ ਕੀਤਾ ਸੀ। ਨਾਲੇ ਨੂੰ ਪਤਾ ਸੀ ਕਿ ਜਿੰਨੇ ਵੀ ਸਾਰੇ ਇਕੱਠੇ ਹੋਏ ਉੱਥੇ ਮਾਸੂਮ ਆ, ਕੋਈ ਵੀ ਉਹਦੇ ਵਿੱਚ ਦੋਸ਼ੀ ਨਹੀਂ ਹੈਗਾ। ਚੀਨਾ ਸਵਾਮੀ ਸਟੇਡੀਅਮ ਕਿੱਥੇ ਸਥਿਤ ਹੈ? ਚੀਨਾ ਸਵਾਮੀ, ਠੀਕ ਹੈ ਜੀ, ਇਹ ਸਥਿਤ ਹੈਗਾ ਬੰਗਲੌਰ ਦੇ ਵਿੱਚ। ਠੀਕ ਹੈ ਜੀ, ਇਹ ਕਿੱਥੇ ਸਥਿਤ ਹੈਗਾ? ਬੰਗਲੌਰ ਦੇ ਵਿੱਚ। ਇਸ ਤੋਂ ਬਾਅਦ ਗਵਾਲੀਅਰ ਦੇ ਵਿੱਚ ਰੂਪਚੰਦ ਸਟੇਡੀਅਮ ਜ਼ਿਆਦਾ ਮਸ਼ਹੂਰ ਹੈ। ਠੀਕ ਹੈ ਜੀ। ਅਵੇਅਰ ਕੱਪ ਕਿਸ ਖੇਡ ਨਾਲ ਸੰਬੰਧਿਤ ਹੈਗਾ? ਅਵੇਅਰ ਕੱਪ ਹੈਗਾ ਬੱਚਿਓ ਆਪਣਾ ਬੈਡਮਿੰਟਨ ਨਾਲ ਸੰਬੰਧਿਤ। ਠੀਕ ਹੈ ਜੀ, ਬੈਡਮਿੰਟਨ ਨਾਲ ਸੰਬੰਧਿਤ।
आखिरी मौर्य शासक कौन सी? आखिरी मौर्य शासक कौन सी बच्चों, दसो। तो आखिरी मौर्य शासक है अपना सी नंबर ऑप्शन। ठीक है जी, बृहदत्ता। ठीक है जी, बृहदत्ता। ये बृहदत्ता सी किने मारता सी? इनू मारता सी पुष्यमिता संगा ने। पुष्यमिता संगा ने मारता सी। नाल लिहाज सी पर ये चोरों मारता इनू धोखे नाल। ते इदों बाद इनू मार के उन्हें की किया, सुंग वंश की नहीं रखी सी, सुंग वंश की नहीं। ठीक है जी, ये गल याद रखनी। आखिरी मौर्य शासक सी। बास्केटबाल दे विच कुल किन्ने खिडारी हुंदे आ? 5 हुंदे आ, 5 ही हुंदे आ। ठीक है जी। हू सैड हू लैव्स फॉर इंडिया डाई? ठीक है जी, तुसी जो रहे हो तो इंडिया मारिया है। ठीक है जी, इंडिया मारिया है तुसी। हू मैंने होंदा क्यों, कौन जिउ रहा है? इंडिया मारिया है, कौन जिउ रहा है? ये बुक किहने लिखी सी? ये बुक लिखी सी अपनी जवाहर लाल नेहरू ने। आलूआं दा सब तो ज़्यादा उत्पादन कित्थे हुंदा? आलू सब तो ज़्यादा उत्पादन होंदा यूपी दे विच। मच्छी के तेल में सब तो ज़्यादा विटामिन किहड़ा हुंदा गा? विटामिन डी मच्छी के तेल दे विच। ठीक है जी। जिहड़ा NH1 है, नैशनल हाईवे 1, कनैक्ट किहनूं किहनूं करदा? ये करदा दिल्ली टू ਅੰਮ੍ਰਿਤਸਰ ਨੂੰ ਕਨੈਕਟ ਕਰਦਾ ਹੈ। ਵਾਟ ਇਜ਼ ਦਾ ਫੋਲੋਇੰਗ ਦਾ ਹਾਈਐਸਟ ਮੋਟਰੇਬਲ ਪਾਸ? ਕਹਿੰਦੇ ਸਭ ਤੋਂ ਉੱਚਾ ਜਿਹੜਾ ਮੋਟਰੇਬਲ ਪਾਸ ਹੈ ਦੁਨੀਆ ਦਾ, ਇਹ ਕਿਹੜੇ ਪਾਸ 'ਤੇ ਸਥਿਤ ਹੈਗਾ? ਤਾਂ ਇਹ ਸਥਿਤ ਆਪਣਾ ਉਮਲੀ ਨੰਗਲਾ ਪਾਸ। ਇਹ ਨੰਬਰ ਆਪਸ਼ਨ, ਇਹ ਲਦਾਖ ਦੇ ਵਿੱਚ ਹੈ। ਕਹਿੰਦੇ ਗਲਾਊਕੋਮਾ ਇਜ਼ ਐਸੋਸੀਏਟਡ ਵਿੱਚ ਜੀ ਫੋਲੋਇੰਗ? ਕਹਿੰਦੇ ਜਿਹੜੀ ਗਲਾਊਸੋਮਾ ਨਾਂ ਦੀ ਬਿਮਾਰੀ ਹੈ, ठीक है जी, ये अपने शरीर के किहड़े अंग नाल संबंधित हैगी? दसो जी, किहड़े अंग नाल संबंधित है ये? तो बच्चों ये संबंधित हैगी अपनी अखां दे नाल। अखां दे संबंधित है, इन्हां अखां दे विचों पानी निकलण लग जांदा ते हौली हौली की हो जांदा? नींद, वो जिहड़ी अखां दी बीमारी है वो हो जाती है। इस तो बाद अगे चलते हैं। कहते हू वाज द वाइस कैप्टन ऑफ इंडियन टीम बाइल 1983 क्रिकेट वर्ल्ड कप? एक फिल्म आई है बच्चों, वैसे तुम लव स्टोरियां ने फिल्मां तो ज़्यादा देखते हो, मैंने पता तुहाडा। एक ना 83 फिल्म आई है। ठीक है जी, रणवीर सिंह की मूवी है, मैं देखी है, बहुत सोहनी मूवी है। देखो माड़ी मोटी नॉलेज बाजू जी, किसी शौक हैगा नहीं, कोई जरूरी भी है नहीं। ठीक है, तो वो 1983 के वर्ल्ड कप के कैप्टन कौन सी? कैप्टन का हैगा सी अपना कपिल देव। पर इहदा कहना जिहड़े उप सी वाइस कैप्टन सी, वाइस कैप्टन वो कौन सी? दसो जी, वो किहड़ा सी? वो हैगा सी अपना सी नंबर ऑप्शन महेंद्र अमरनाथ। ये वाइस सी कैप्टन सी ते असली कैप्टन किहड़ा सी? कपिल देव। 1983 वाला वर्ल्ड कप आपां जित्तिया सी। इहदा कच्चा नाम की सी? इहदा कच्चा नाम हैगा सी जिमी, महेंद्र अमरनाथ का। रामायण किहने लिखी है? रामायण लिखी है वाल्मीकि ने, वेद व्यास ने, विवेकानंद ने, ईश्वर चंद नंद ने। तो ये लिखी है अपनी वाल्मीकि ने। तो महाभारत किहने लिखी है? महाभारत लिखी है वेद व्यास ने। ठीक है जी, आ लिखा होया वेद व्यास ने महाभारत लिखी है। तो रामचरित्र मानस किहने लिखी है? ये तुलसीदास ने लिखी है। इन विच ईयर ऑल इंडिया रेडियो वाज एस्टैब्लिश? PSSB ਦੇ ਵਿੱਚ ਇਹ पेपर प्रश्न पक्का मिलना ਤੁਹਾਨੂੰ। ਆਲ इंडिया रेडियो की स्थापना किस साल की गई सी? तो ये स्थापना की गई सी बच्चों 1930 ਦੇ ਵਿੱਚ। 1930 ਦੇ ਵਿੱਚ स्थापना की गई सी। बास्केट ऑफ ब्रैड स्टेट किस ਨੂੰ ਕਿਹਾ ਜਾਂਦਾ ਜਿੱਥੇ ਸਭ ਤੋਂ ਜ਼ਿਆਦਾ ਅਨਾਜ ਪੈਦਾ ਹੁੰਦਾ? बास्केट ऑफ ब्रैड, तो बास्केट ऑफ ब्रैड ਕਿਹਾ ਜਾਂਦਾ पंजाब ਨੂੰ। ठीक है जी, क्योंकि पंजाब की धरती है ये सब तो ज़्यादा अपने इंडिया के सब तो ज़्यादा उपजाऊ धरती है, पंजाब की धरती है जी। क्योंकि पंजाब दे विच फसल बहुत ज़्यादा मात्रा दे विच हुंदी है। हू इज़ द राइटर ऑफ पंचतंत्र? पंचतंत्र का लेखक कौन है? ठीक है जी, 4 ऑप्शन तुहाडे सामने है। पंचतंत्र का लेखक है अपना विष्णु शर्मा। विष्णु शर्मा अपना पंचतंत्र का लेखक है। रचनावां तुहानूं इंपोर्टेंट जिहड़ियां मुगलों के समय में जिहड़ियां रचनावां लिखी गई सी उहदे बारे एक मैं डिटेल च गल कर दांगा। एक तो है बाबर ने किहड़ी लिखी सी बच्चों? तुझ के बावरी। ठीक है जी, तुझ के बावरी।
अबुल फजल ने की लिखी सी आईन ए अकबरी ते अकबरनामा। आईन ए अकबरी अलग है, अकबरनामा अलग है, ये दोनों अबुल फजल ने लिखिया सी। जहांगीर ने किहड़ी लिखी सी तुझके आई जहांगीरी। देखो बाबर दा विच भी बाबर का नाम आ गया, जहांगीर वाले भी जहांगीर का नाम आ गया। हामिद लोहारी ने किहड़ी बुक लिखी सी, इन्हें लिखी सी पादशाहनामा। ठीक है जी। इस तो बाद आ गया दारा शिकोह। दारा शिकोह ने किहड़ी बुक लिखी सी, ये उही है जिहड़ा गुरु जी को आशीर्वाद लैन आया सी। ठीक है जी, दारा शिकोह पंजवें गुरु को। तो इन्हें किहड़ी बुक लिखी सी मजमा उल बहरीन। इधर मिर्जा मुहम्मद कासिम ने किहड़ी बुक लिखी सी आलमगीरनामा। आलमगीरनामा। ठीक है जी, ये याद कर लियो। गदर पार्टी का फाउंडर कौन है? गदर पार्टी का फाउंडर कौन है? किहने स्थापना की सी गदर पार्टी की? इसकी स्थापना की सी लाला हरदयाल ने। कित्थे की सी? अमरीका दे विच। अमरीका दे विच किहड़े शहर दे विच? सान फ्रांसिस्को दे विच। डिटेल दे विच दिखाउणा तुहानूं। गदर पार्टी कदों बनी सी? 1913 दे विच बनी गई सी गदर पार्टी। ਅਤੇ ਇਸ ਦੀ ਸਥਾਪਨਾ ਲਾਲਾ ਹਰਦਿਆਲ ਨੇ ਕਰੀ ਸੀ। ਇੱਕ ਤਾਂ ਕਿ ਨਾਲ ਕੌਣ ਸੀ ਇਹਦੇ? ਤਾਰਕਨਾਥ ਸੀ। ਠੀਕ ਹੈ ਜੀ। ਅਤੇ ਇੱਕ ਤਾਰਕਨਾਥ ਸੀ, ਇੱਕ ਇਹਦੇ ਨਾਲ ਹੋਰ ਇਹਨਾਂ ਦਾਸ ਕਿਹੜਾ ਸੀ? ਸੋਹਣ ਸਿੰਘ ਭਕਨਾ। ਠੀਕ ਹੈ ਜੀ। ਮੇਨ ਜਿਹੜਾ ਸਿਹਰਾ ਜਾਂਦਾ ਉਹ ਹੋ ਜਾਂਦਾ ਲਾਲਾ ਹਰਦਿਆਲ ਨੂੰ। ਠੀਕ ਹੈ ਜੀ। ਇਸ ਵਿੱਚ ਮੌਜੂਦ ਸਨ। ਇਹਦਾ ਹੈੱਡਕੁਆਟਰ ਕਿੱਥੇ ਆ? ਸੈਨ ਫਰਾਂਸਿਸਕੋ ਦੇ ਸ਼ਹਿਰ ਅਮਰੀਕਾ ਵਿੱਚ ਹੈ। ਅਮਰੀਕਾ ਦੇ ਸ਼ਹਿਰ ਫ੍ਰਾਂਸਿਸਕੋ ਦੇ ਵਿੱਚ ਐ ਲਿਖਣਾ ਸੀ। ਠੀਕ ਹੈ ਜੀ। ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਦੇ ਵਿੱਚ ਹੈ। ਇਸ ਦਾ ਨਾਮ ਕਿਹੜੇ ਨਾਂ 'ਤੇ ਰੱਖਿਆ ਗਿਆ ਹੈਗਾ? ਗਦਰ ਨਾਮ ਕਿਉਂ ਰੱਖਿਆ ਗਿਆ ਸੀ? ਕਿਉਂਕਿ ਉਹ ਸਮੇਂ ਦੇ ਵਿੱਚ ਉੱਥੇ ਇੱਕ ਹਫ਼ਤਾਵਾਰੀ ਰਸਾਲਾ ਆਉਂਦਾ ਹੁੰਦਾ ਸੀ, ਜਿਹੜਾ ਉਹਦਾ ਨਾਮ ਕੀ ਸੀ? ਉਹਦਾ ਨਾਮ ਹੈਗਾ ਸੀ ਗਦਰ। ਠੀਕ ਹੈ ਜੀ। ਉਹਦੇ ਨਾਂ 'ਤੇ ਰੱਖਿਆ ਗਿਆ ਸੀ। ਅਤੇ 1 ਨਵੰਬਰ 1913 ਨੂੰ ਠੀਕ ਹੈ ਜੀ ਇਹ ਜਿਹੜੀ ਸ਼ੁਰੂ ਕੀਤੀ ਗਈ ਸੀ ਗਦਰ ਪਾਰਟੀ। ਠੀਕ ਹੈ ਜੀ। ਇਹ ਕਿਹਨੂੰ ਯਾਦ ਕਰਕੇ ਬਣਾਈ ਗਈ ਸੀ? ਇਹ 1857 ਈਸਵੀ ਦੇ ਵਿਦਰੋਹ ਨੂੰ ਯਾਦ ਕਰਕੇ ਬਣਾਈ ਗਈ ਸੀ ਕਿ ਦੁਬਾਰਾ ਫਿਰ ਆਪਾਂ ਨੂੰ ਵਿਦਰੋਹ ਕਰਨਾ ਪਊਗਾ। ਠੀਕ ਹੈ ਜੀ। ਫਿਰ ਆਪਾਂ ਆਜ਼ਾਦੀ ਦੇ ਨੇੜੇ ਪਹੁੰਚਾਂਗੇ। ਪਰ ਇਹ ਪਾਰਟੀ ਵੀ ਬੜੀ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਅੰਗਰੇਜ਼ਾਂ ਨੇ ਉਹਦੀ ਕੁਚਲਤਾ ਸੀ ਜਦੋਂ ਉਹਨੂੰ ਪਤਾ ਲੱਗ ਗਿਆ ਸੀ। ਸੈਂਸਸ ਜਨਗਣਨਾ ਦੀ ਖੋਜ ਕਿਸ ਦੇ ਦੁਆਰਾ ਕੀਤੀ ਗਈ ਸੀ? ਜਨਖਾਨਾ ਦੀ, ਕਿ ਜਨਗਣਨਾ ਕਰਨੀ ਹੈ ਤਾਂ ਇਹਦੀ ਖੋਜ ਕੀਤੀ ਗਈ ਸੀ BC ਪਲੋਡਨ। ਇਹ ਦੁਆਰਾ ਜਨਗਣਨਾ ਦੀ ਖੋਜ ਕੀਤੀ ਗਈ ਸੀ। ਠੀਕ ਹੈ। ਸਭ ਤੋਂ ਪਹਿਲਾਂ ਜਿਹੜੀ ਜਨਗਣਨਾ ਸੀ ਉਹ ਕਦੋਂ ਕਮਿਸ਼ਨ ਬੈਠਾ ਸੀ? 1881 ਦੇ ਵਿੱਚ। ਡੇਵਿਸ ਕੱਪ ਦਾ ਸੰਬੰਧ ਕਿਸ ਖੇਡ ਨਾਲ ਹੈ? ਡੇਵਿਸ ਕੱਪ ਦਾ ਸੰਬੰਧ ਕਿਸ ਖੇਡ ਨਾਲ ਹੈ? ਇਹਦਾ ਸੰਬੰਧ ਹੈਗਾ ਬੱਚੋ ਟੈਨਿਸ ਨਾਲ। ਠੀਕ ਹੈ ਜੀ। ਡੇਵਿਸ ਕੱਪ ਦਾ ਸੰਬੰਧ ਕਾਹਦੇ ਨਾਲ ਹੈ? ਟੈਨਿਸ ਨਾਲ ਹੈਗਾ। ਹਾਈ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਉਮਰ ਕਿੰਨੀ ਹੁੰਦੀ ਹੈ? ਹਾਈ ਕੋਰਟ ਦੇ ਜੱਜਾਂ ਦੀ, ਹਾਈ ਕੋਰਟ ਦੇ ਜੱਜਾਂ ਦੀ ਅਤੇ ਸੁਪਰੀਮ ਕੋਰਟ ਦੇ। ਹਾਈ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਉਮਰ ਹੁੰਦੀ ਹੈ 65 ਸਾਲ ਅਤੇ ਹਾਈ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਉਮਰ ਹੁੰਦੀ ਹੈ 62 ਸਾਲ। ਇਹਨੇ ਕਿਹਦੀ ਪੁੱਛਿਆ? ਹਾਈ ਕੋਰਟ ਦੇ ਜੱਜਾਂ ਦੀ ਪੁੱਛਿਆ ਤਾਂ 62 ਸਾਲ ਆਊਗਾ। ਠੀਕ ਹੈ ਜੀ। 62 ਸਾਲ ਆਊਗਾ। ਠੀਕ ਹੈ ਜੀ। ਅਤੇ 62 ਸਾਲ ਹੁੰਦੀ ਹੈ ਹਾਈ ਕੋਰਟ ਦੇ ਜੱਜਾਂ ਦੀ, ਸੁਪਰੀਮ ਕੋਰਟ ਦੇ ਜੱਜਾਂ ਦੀ ਹੁੰਦੀ ਹੈ 65 ਸਾਲ। ਹੁਣ ਚੱਲਦੇ ਹਾਂ ਅਗਲੇ 'ਤੇ। ਹੋਮ ਰੂਲ ਮੂਵਮੈਂਟ ਕਿਸ ਦੁਆਰਾ ਸਟਾਰਟ ਕੀਤੀ ਗਈ ਸੀ? ਹੋਮ ਰੂਲ ਮੂਵਮੈਂਟ, ਜਿਹੜੀ ਹੋਮ ਰੂਲ ਮੂਵਮੈਂਟ ਆ ਬੱਚੋ ਇਹ ਸਟਾਰਟ ਕੀਤੀ ਗਈ ਸੀ 1916 ਦੇ ਵਿੱਚ। ਕਿਹਦੇ ਦੁਆਰਾ ਸਟਾਰਟ ਕੀਤੀ ਗਈ ਸੀ ਇਹ? ਵਿੱਚ ਤਾਂ ਐਨੀ ਬਸੈਂਟ ਦਾ ਨਾਂ ਵੀ ਆਉਂਦਾ ਹੈਗਾ, ਐਨੀ ਬਸੈਂਟ ਦਾ ਨਾਂ ਵੀ ਆਉਂਦਾ ਅਤੇ ਵਿੱਚ ਨਾਮ ਆਉਂਦਾ ਬਾਲ ਗੰਗਾਧਰ ਤਿਲਕ ਦਾ ਵੀ, ਬਾਲ ਗੰਗਾਧਰ ਤਿਲਕ ਦਾ ਵੀ। ਪਰ ਆਪਾਂ ਜ਼ਿਆਦਾ ਐਕੂਰੇਟ ਆਨਸਰ ਐਨੀ ਬਸੈਂਟ ਨੂੰ ਹੀ ਮੰਨਾਂਗੇ। ਠੀਕ ਹੈ ਜੀ। ਐਨੀ ਬਸੈਂਟ ਨੂੰ ਮੰਨਾਂਗੇ। ਠੀਕ ਹੈ ਜੀ। ਜੇ ਤੁਹਾਨੂੰ ਦੋਨਾਂ ਦੀ ਇੱਕ ਆਪਸ਼ਨ ਹੋਊਗੀ। ਵੈਸੇ ਬੱਚੋ ਜਿਹੜੇ ਏਵੀਏਸ਼ਨ ਦੇ ਵਿੱਚ ਕਨਫਿਊਜ਼ਨ ਹੈ, ਸਿੱਧੀ ਗੱਲ ਦੱਸਦਾ ਤੁਹਾਨੂੰ ਮੈਂ। ਵਿੱਚ ਤਾਂ ਕਹਿੰਦੇ ਆ ਕਿ ਬਾਲ ਗੰਗਾਧਰ ਨੇ ਕਰੀ ਸੀ, ਵਿੱਚ ਕਹਿੰਦੇ ਹੁਣ ਐਨੀ ਬਸੈਂਟ ਨੇ ਕਰੀ ਸੀ। ਜ਼ਿਆਦਾ ਮੈਂ ਤਾਂ ਐਨੀ ਬਸੈਂਟ ਨੂੰ ਸੀਨੀਅਰ ਮੰਨੂਗਾ ਸਹੀ, ਤਾਂ ਐਨੀ ਬਸੈਂਟ ਹੀ ਲਾ ਕੇ ਆਇਓ। ਠੀਕ ਹੈ ਜੀ। ਆਹ ਦੇਖੋ ਡਿਟੇਲ ਦੇ ਵਿੱਚ ਦਿਖਾ ਦੇਣਾ। ਇੰਗਲਿਸ਼ ਵਾਲੇ ਇੰਗਲਿਸ਼ ਦੇ ਵਿੱਚ ਪੜ੍ਹ ਲਓ, ਮੈਂ ਤੁਹਾਨੂੰ ਪੰਜਾਬੀ 'ਚ ਦੱਸ ਦਿੰਦਾ। ਹੋਮ ਰੂਲ ਮੂਵਮੈਂਟ 1916 ਦੇ ਵਿੱਚ BG ਤਿਲਕ ਦੁਆਰਾ ਸ਼ੁਰੂ ਕੀਤੀ ਗਈ ਸੀ। ਠੀਕ ਹੈ ਜੀ। ਅਪ੍ਰੈਲ 1916 ਦੇ ਵਿੱਚ, ਅਪ੍ਰੈਲ ਮਹੀਨੇ ਦੇ 1916 ਦੇ ਵਿੱਚ ਪੂਨਾ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਅਤੇ ਨਾਲ ਕੌਣ ਸੀ ਇਹਨਾਂ ਦੇ? ਕਹਿੰਦੇ ਐਨੀ ਬੈਸੈਂਟ ਸੀ, S ਸੁਬਰਾਮਨੀਅਮ ਅਈਅਰ ਸੀ ਅਤੇ ਮਦਾਸ ਦੇ ਨੇੜੇ ਅਡਿਆਰ ਇੰਨੇ ਵਿੱਚ। ਠੀਕ ਹੈ ਜੀ। ਅਤੇ ਜਿਹੜੀ ਤਾਂ ਇਹਨਾਂ ਨੇ ਹੋਮ ਰੂਲ ਸ਼ੁਰੂ ਕੀਤੀ ਸੀ ਗੰਗਾਧਰ ਤਿਲਕ, ਇਹਦਾ ਪੂਨਾ ਦੇ ਵਿੱਚ ਕਰੀ ਸੀ। ਐਨੀ ਬਸੈਂਟ ਅਤੇ ਸੁਬਰਾਮਨੀਆ ਨੇ ਇਹਨੇ ਮਦਰਾਸ ਦੇ ਨੇੜੇ ਕੀਤੀ ਸੀ। ਠੀਕ ਹੈ ਜੀ। ਇਹਨਾਂ ਨੇ ਸਤੰਬਰ ਦੇ ਵਿੱਚ ਕਰੀ ਸੀ, ਇਹਨਾਂ ਨੇ 1916 ਸਤੰਬਰ ਦੇ ਵਿੱਚ, ਇਹਨੇ ਅਪ੍ਰੈਲ ਦੇ ਵਿੱਚ ਕਰੀ ਸੀ। ਇਹਦਾ ਮਤਲਬ ਇੱਥੋਂ ਇਹ ਸਾਬਤ ਹੁੰਦਾ ਗਾ ਕਿ ਜਿਹੜਾ ਗੰਗਾਧਰ ਤਿਲਕ ਆ ਉਹਨੇ ਤਾਂ ਪਹਿਲਾਂ ਕਰੀ ਸੀ ਸ਼ੁਰੂ ਅਤੇ ਦੂਸਰੇ ਨੇ ਬਾਅਦ 'ਚ ਕਰੀ ਸੀ। ਠੀਕ ਹੈ ਜੀ। ਅਤੇ ਉਹ ਤੁਸੀਂ ਆਪਸ਼ਨ ਦੇ ਵਿੱਚ ਦੇਖ ਕੇ ਲਾ ਦਿਓ ਆਪਦੇ ਹਿਸਾਬ 'ਤੇ ਆਨਸਰ।
ਇਹਦਾ ਮਤਲਬ ਕੀ ਸੀ, ਕਿਉਂ ਚਲਾਉਣ ਦੀ ਲੋੜ ਪਏਗੀ? ਭਾਰਤ ਦੇ ਵਿੱਚ ਜਿਹੜੀ ਸਰਕਾਰ ਆ ਉਹ ਸਵੈ ਸਰਕਾਰ ਹੋਵੇ, ਭਾਰਤੀ ਆਪ ਸਰਕਾਰ ਚਲਾਉਣ। ਇਸ ਅੰਦੋਲਨ ਦੇ ਤਹਿਤ ਤਿਲਕ ਨੇ ਇੱਕ ਨਾਅਰਾ ਵੀ ਲਵਾਇਆ ਸੀ। ਉਹ ਨਾਅਰਾ ਕਿਹੜਾ ਸੀ? ਕਹਿੰਦਾ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗਾ। ਇਹ ਮਤਲਬ ਉਹਨਾਂ ਨੇ ਨਾਅਰਾ ਲਾਇਆ ਸੀ, ਹੋਮ ਰੂਲ ਮੂਵਮੈਂਟ ਦੇ ਤਹਿਤ ਹੀ ਲਾਇਆ ਸੀ ਨਾਅਰਾ। ਠੀਕ ਹੈ ਜੀ। ਮਨੁੱਖ ਦੇ ਦਿਲ, ਜਿਹੜਾ ਮਨੁੱਖ ਦਾ ਦਿਲ ਹੁੰਦਾ ਗਾ, 1 ਮਿੰਟ ਦੇ ਵਿੱਚ ਕਿੰਨੀ ਵਾਰੀ ਧੜਕਦਾ ਗਾ? ਇਹ ਧੜਕਦਾ 72 ਵਾਰ 1 ਮਿੰਟ ਦੇ ਵਿੱਚ। ਅਤੇ ਹੁਣ ਥੱਲੇ ਦੇਖੋ, ਧਿਆਨ ਨਾਲ ਦੇਖੋ, ਮੈਂ ਇੰਗਲਿਸ਼ ਦੇ ਵਿੱਚ ਪੜੂੰਗਾ। ਦੇਖੋ, ਹਿਊਮਨ ਹਾਰਟ ਇਜ਼ ਮਾਈਓਜੈਨਿਕ। ਜਿਹੜਾ ਹਿਊਮਨ ਹਾਰਟ ਹੈ ਮਾਈਓਜੈਨਿਕ ਹੈਗਾ। ਕੀ ਮਤਲਬ ਹੈ ਮਾਈਓਜੈਨਿਕ ਦਾ? ਮਾਈਓਜੈਨਿਕ ਦਾ ਭਾਵ ਹੈਗਾ ਕਿ ਠੀਕ ਹੈ ਜੀ, ਇਹ ਨਬਜ਼ ਦੇ ਸੁੰਗੜਨ ਨਾਲ, ਕੰਟਰੈਕਸ਼ਨ ਮੈਨੇ ਹੁੰਦਾ ਸੁੰਗੜਨਾ, ਇਜ ਇੰਟੀਆਟਾਈਡ ਬਾਈ ਏ ਪਲਸ ਪ੍ਰੋਡਿਊਸ ਬਾਏ ਸੀਨੋ ਆਰਟੀਓ ਨੋਡ, ਜਿਹਨੂੰ ਐਸਏ ਨੋਡ ਕਹਿੰਦੇ, ਲੋਕੇਟਡ ਇਨ ਦਾ ਰਾਈਟ ਐਟਰੀਅਮ। ਆਪਣੇ 4 ਖਾਨੇ ਹੁੰਦੇ ਆ ਦਿਲ ਦੇ 4 ਖਾਨੇ ਹੁੰਦੇ, 2 ਐਂਟਰੀਕਲ ਹੁੰਦੇ ਆ ਅਤੇ 2 ਵੈਂਟਰੀਕਲ ਹੁੰਦੇ ਆ। ਠੀਕ ਹੈ ਜੀ। ਇਹੀ ਕਹਿੰਦੇ ਆ, ਕੀ ਕਹਿੰਦੇ ਸੱਜੇ ਐਟਰੀਅਮ ਦੇ ਵਿੱਚ ਜਦੋਂ ਆਪਣੀ ਸੁੰਗੜਦੀ ਹੈ ਦਿਲ, ਉਹਦੇ ਕਰਕੇ ਆਪਣੀ ਧੜਕਣ ਬਣਦੀ ਹੈ। ਇਹ ਚੀਜ਼ ਯਾਦ ਕਰਨ ਦੀ ਕੋਈ ਲੋੜ ਨਹੀਂ, ਬਸ ਇੱਕ ਤਾਂ ਤੁਸੀਂ ਯਾਦ ਕਰ ਲਿਓ ਕਿ ਇਹ ਕੀ ਹੈ, ਦਿਲ ਇੱਕ ਮਾਈਓਜੈਨਿਕ ਹੈ। ਠੀਕ ਹੈ ਜੀ। ਇੱਕ ਲੈਣ ਯਾਦ ਕਰ ਲਿਓ, ਆਹ ਚੀਜ਼ ਯਾਦ ਕਰਨ ਦੀ ਕੋਈ ਲੋੜ ਨਹੀਂ। ਇੱਕ ਯਾਦ ਕਰ ਲਿਓ ਪੀਸ ਮੇਕਰ। ਠੀਕ ਹੈ ਜੀ। ਪੀਸ ਮੇਕਰ ਦਾ ਸੰਬੰਧ ਕਿਹੜੀ ਚੀਜ਼ ਨਾਲ ਹੈ? ਪੀਸ ਮੇਕਰ ਦਾ ਸੰਬੰਧ ਹੈਗਾ ਦਿਲ ਨਾਲ। ਇੱਕ ਇਹ ਚੀਜ਼ ਯਾਦ ਕਰ ਲਿਓ। ਜਿਹੜਾ ਆਪਣਾ ਸਾਊਂਡ ਹੁੰਦਾ, ਆਪਣੇ ਦਿਲ ਦੀ ਆਵਾਜ਼ ਆਉਂਦੀ ਹੈ, ਡਬ ਡਬ ਡਬ, ਐਂ ਦਿਲ ਦਾ ਆਪਣਾ ਆਵਾਜ਼ ਨਹੀਂ ਕਰਦਾ ਦਿਲ, ਉਹ ਜਿਹੜੀ ਦਿਲ ਦੀ ਆਵਾਜ਼ ਆ ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਲਵ ਡਬ। ਜਿਸ ਤੋਂ ਪੁੱਛ ਲਿਆ ਦਿਲ ਦੀ ਆਵਾਜ਼ ਦਾ ਕੀ ਨਾਮ ਹੈਗਾ, ਦਿਲ ਦੀ ਆਵਾਜ਼ ਨੂੰ ਕਿਹਾ ਜਾਂਦਾ ਲਵ ਡਬ। ਪਹਿਲੀ ਧੜਕਣ ਨੂੰ ਲਵ ਕਿਹਾ ਜਾਂਦਾ, ਜਦੋਂ ਦੂਸਰੀ ਵਾਰ ਆਵਾਜ਼ ਕਰਦਾ ਉਹਨੂੰ ਡਬ ਕਿਹਾ ਜਾਂਦਾ। ਲਵ ਡਬ ਲਵ ਡਬ ਲਵ ਡਬ ਲਵ ਡਬ, ਐਂ ਦਿਲ ਸੁੰਗੜਦਾ, ਆਹ ਆਵਾਜ਼ ਕਹਿੰਦੇ ਕਿ ਆਹ ਆਵਾਜ਼ ਆਉਂਦੀ ਹੈ ਉਹਦੀ। ਠੀਕ ਹੈ ਜੀ। ਅਤੇ ਆਪਣਾ ਨੋਰਮਲ ਪ੍ਰੈਸ਼ਰ ਕਿੰਨਾ ਹੁੰਦਾ ਬਲੱਡ ਦਾ? ਆਪਾਂ ਡਾਕਟਰ ਕੋਲ ਜਾਂਦੇ ਹਾਂ ਬਲੱਡ ਪ੍ਰੈਸ਼ਰ ਚੈੱਕ ਕਰਾਉਣ, ਅਤੇ ਆਪਾਂ ਡਾਕਟਰ ਨੂੰ ਕਹਿੰਦੇ ਡਾਕਟਰ ਸਾਹਿਬ ਬਲੱਡ ਪ੍ਰੈਸ਼ਰ ਚੈੱਕ ਕਰੋ। ਡਾਕਟਰ ਬਲੱਡ ਪ੍ਰੈਸ਼ਰ ਚੈੱਕ ਕਰ ਦਿੰਦਾ। ਉਹ ਕਹਿੰਦਾ ਵੀ ਤੁਹਾਡਾ ਬਲੱਡ ਬਿਲਕੁਲ ਸਹੀ ਹੈ, ਤੁਹਾਡਾ ਬਲੱਡ ਤਾਹਾਂ ਵਾਲਾ ਤਾਂ ਹੈਗਾ 120, ਥੱਲੜਾ ਹੈਗਾ 180। ਠੀਕ ਹੈ ਜੀ। ਅਤੇ ਤਾਹਾਂ ਵਾਲੇ ਬਲੱਡ ਨੂੰ ਕੀ ਕਿਹਾ ਜਾਂਦਾ ਹੈਗਾ? ਤਾਹਾਂ ਵਾਲੇ ਬਲੱਡ ਨੂੰ ਕਿਹਾ ਜਾਂਦਾ ਸਿਸਟੋਲ। ਵੈਰੀ 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 ਇੰਪੋਰਟੈਂਟ ਆ। ਤਾਹਾਂ ਵਾਲੇ ਬਲੱਡ ਨੂੰ ਸਿਸਟੋਲ ਕਿਹਾ ਜਾਂਦਾ ਗਾ, ਅਤੇ ਜਿਹੜਾ ਥੱਲੜਾ ਬਲੱਡ ਹੁੰਦਾ ਗਾ ਉਹਨੂੰ ਕਿਹਾ ਜਾਂਦਾ ਹੈਗਾ ਡਾਇਸਟੋਲ। ਇਹ ਗੱਲ ਯਾਦ ਰੱਖਣੀ ਹੈ। ਆਪਾਂ ਡਾਕਟਰ ਆਪਾਂ ਨੂੰ ਕਹਿੰਦਾ ਨਹੀਂ ਕਿ ਤਾਹਾਂ ਵਾਲਾ ਬਲੱਡ ਤੁਹਾਡਾ 120 ਹੈ, ਥੱਲੜਾ 180 ਹੈ, ਕਹਿੰਦਾ ਮਤਲਬ ਕਿ ਤਾਹਾਂ ਵਾਲੇ ਨੂੰ ਸਿਸਟੋਲ ਕਿਹਾ ਜਾਊਗਾ, ਥੱਲੇ ਨੂੰ ਡਾਇਸਟੋਲ ਕਿਹਾ ਜਾਊਗਾ। ਠੀਕ ਹੈ ਜੀ। ਇਹ ਗੱਲ ਯਾਦ ਰੱਖੇ। ਨਾਲ ਤੁਹਾਡੇ HG ਲਿਖਿਆ ਹੁੰਦਾ। HG ਦਾ ਮਤਲਬ ਹੁੰਦਾ ਮਰਕਰੀ। ਠੀਕ ਹੈ ਜੀ। ਆਹ ਦੇਖ ਲਓ, ਆਰਾਮ ਨੂੰ ਜਦੋਂ ਤਾਂ ਸੰਕੁਚਲਨ 120, ਜਦੋਂ ਕਿ ਆਰਾਮ ਨੂੰ, ਜਦੋਂ ਤਾਂ ਆਪਾਂ ਸਾਹ ਲੈਂਦੇ ਉੱਪਰਲਾ ਬਲੱਡ ਦਾ ਬਸ ਸਿੱਧਾ ਦੱਸ ਦਿਓ, ਉੱਪਰਲਾ ਬਲੱਡ ਨੂੰ ਸਿਸਟੋਲ ਅਤੇ ਹੇਠਾਂ ਵਾਲੇ ਨੂੰ ਡਾਇਸਟੋਲ ਕਿਹਾ ਜਾਂਦਾ ਹੈਗਾ। ਮਨੁੱਖ ਦਿਲ ਦੇ ਕਿੰਨੇ ਚੈਂਬਰ ਹੁੰਦੇ ਆ? 4 ਚੈਂਬਰ ਹੁੰਦੇ ਆ। ਠੀਕ ਹੈ ਜੀ। ਜਾਪਾਨ ਦੀ ਕਰੰਸੀ ਦਾ ਕੀ ਨਾਮ ਹੈਗਾ? ਜਾਪਾਨ ਦੀ ਕਰੰਸੀ ਦਾ ਨਾਮ ਹੈਗਾ ਜੈਨ। ਆਹ ਕਰੰਸੀਆਂ ਪੜ੍ਹੋ, ਇੰਪੋਰਟੈਂਟ। ਕੋਲੰਬੀਆ ਦੀ ਰਾਜਧਾਨੀ ਹੈਗੀ ਆ ਬਗੋਟਾ, ਕਰੰਸੀ ਹੈਗੀ ਆ ਪੀਸੋ। ਡੈਨਮਾਰਕ ਦੀ ਕੋਪਨਹੈਗਨ, ਕਰੋਨ। ਇਜਿਪਟ ਦੀ ਕੈਰੋ, ਪਾਉਂਡ। ਫਰਾਂਸ ਦੀ ਪੈਰਿਸ, ਯੂਰੋ। ਜਰਮਨੀ ਦੀ ਬਰਲਿਨ, ਯੂਰੋ। ਗਰੀਸ ਦੀ ਐਥਨ, ਇਹ ਉਹੀ ਹੈ ਜਿੱਥੇ ਸਭ ਤੋਂ ਪਹਿਲਾਂ ਓਲੰਪਿਕ ਖੇਡਾਂ ਹੋਈਆਂ ਸੀ ਗਰੀਸ ਦੇ ਐਥਨ ਦੇ ਵਿੱਚ, ਯੂਰੋ। ਇਹਦੇ ਵੱਧ ਤੋਂ ਵੱਧ ਤਾਂ ਆਪਾਂ ਕਰੇ ਹੋਏ ਆ। ਹੰਗਰੀ, ਬੁਦਾਪੈਸਟ, ਫੋਰੈਂਟ। ਇੰਡੀਆ ਦੀ ਨਿਊ ਦਿੱਲੀ ਅਤੇ ਕਰੰਸੀ ਰੂਪੀ। ਇੰਡੋਨੇਸ਼ੀਆ ਦੀ ਜੇਕਾਰਟਾ, ਕਰੰਸੀ ਰੂਪੀ। ਈਰਾਨ ਦੀ ਤਹਿਰਾਨ ਅਤੇ ਰਿਆਲ ਕਰੰਸੀ। ਇਰਾਕ ਦੀ ਬਗਦਾਦ ਅਤੇ ਦਿਨਾਰ। ਆਹ ਸਾਰੀਆਂ ਕਰੰਸੀਆਂ ਜਿਹੜੀਆਂ ਇੱਧਰਲੇ ਪਾਸੇ ਆਹ ਰਾਜਧਾਨੀਆਂ ਹੈਗੀਆਂ। ਆਇਰਲੈਂਡ ਦੀ ਡਬਲਿਨ ਅਤੇ ਯੂਰੋ। ਇਜ਼ਰਾਈਲ ਦੀ ਜੈਰੂਸਲਮ ਅਤੇ ਸ਼ਕੀਲ। ਇਟਲੀ ਦੀ ਰੋਮ ਅਤੇ ਯੂਰੋ। ਜਾਪਾਨ ਦੀ ਟੋਕੀਓ ਅਤੇ ਜੈਨ। ਕਜ਼ਾਕਿਸਤਾਨ ਦੀ ਨੂਰ ਸੁਲਤਾਨ ਅਤੇ ਟੈਂਜੀ। ਠੀਕ ਹੈ ਜੀ। ਨੂਰ ਸੁਲਤਾਨ ਅਤੇ ਟੈਂਜੀ ਕਜ਼ਾਕਿਸਤਾਨ ਦੀ। ਇਹ ਹੁਣ ਰੱਖੇ ਪਹਿਲੇ ਦੀ ਅਸਤਾਨਾ ਹੁੰਦੀ ਸੀ ਰਾਜਧਾਨੀ, ਅਸਤਾਨਾ ਬਦਲ ਕੇ ਨੂਰ ਸੁਲਤਾਨਾ ਕਰਤੀ ਸੀ ਬਾਅਦ ਵਿੱਚ ਇਹਨਾਂ ਨੇ। ਅਤੇ ਟੈਂਜੀ ਕੀ ਇਹਦੀ? ਟੈਂਜੀ ਦੀ ਸੀਗੀ ਕਰੰਸੀ। ਕਿਹੜੇ ਸਾਇੰਟਿਸਟ ਨੇ ਕਿਹਾ ਸੀ ਪਲਾਂਟ ਹੈਵ ਲਾਈਫ, ਪੌਦਿਆਂ ਦੀ ਵੀ ਜ਼ਿੰਦਗੀ ਹੈ? ਕਿਹਨੇ ਕਹੀ ਸੀ ਗੱਲ? ਇਹ ਕਹੀ ਸੀ ਜਗਦੀਸ਼ ਚੰਦਰ ਬਾਸੂ ਨੇ। ਫੂਲਦੇਹੀ ਫੈਸਟੀਵਲ ਕਿਸ ਸਟੇਟ ਦੇ ਵਿੱਚ ਮਨਾਇਆ ਜਾਂਦਾ ਗਾ? ਫੂਲਦੇਹੀ ਫੈਸਟੀਵਲ ਮਨਾਇਆ ਜਾਂਦਾ ਗਾ ਉੱਤਰਾਖੰਡ ਦੇ ਵਿੱਚ। ਠੀਕ ਹੈ ਜੀ। ਕਿੱਥੇ ਮਨਾਇਆ ਜਾਂਦਾ? ਉੱਤਰਾਖੰਡ ਦੇ ਵਿੱਚ। ਡਬਲ ਫਾਲਟ ਵਰਡ, ਡਬਲ ਫਾਲਟ ਭਾਈ ਡਬਲ ਫਾਲਟ ਹੋ ਗਿਆ, ਤੁਸੀਂ ਖੇਡ ਰਹੇ ਸੀ ਡਬਲ ਫਾਲਟ ਹੋ ਗਿਆ। ਇਹ ਸ਼ਬਦ ਕਿਹੜੀ ਖੇਡ ਦੇ ਵਿੱਚ ਵਰਤਿਆ ਜਾਂਦਾ ਗਾ? ਤਾਂ ਇਹ ਵਰਤਿਆ ਜਾਂਦਾ ਆਪਣਾ ਟੈਨਿਸ ਦੇ ਵਿੱਚ।
ਠੀਕ ਹੈ ਜੀ। ਨਾਸਿਕ ਕਿਸ ਨਦੀ ਦੇ ਕਿਨਾਰੇ ਤੇ ਤੁਹਾਨੂੰ ਟ੍ਰਿਕ ਨੇ ਦੱਸਿਆ ਸੀ। ਨਾਸਿਕ ਕਿਹੜੀ ਨਦੀ ਦੇ ਜਦੋਂ ਆਪਾਂ ਨਾਸਿਕ ਨੱਕ ਦੇ ਉੱਪਰ ਆਪਣਾ ਹੱਥ ਧਰ ਕੇ ਆਪਾਂ ਗੋਤਾ ਨਹੀਂ ਲਾਉਂਦੇ, ਗੋਤਾ ਲਾਉਂਦੇ ਨੱਕ ਦੇ ਉੱਪਰ ਹੱਥ ਧਰ ਕੇ, ਤਾਂ ਨਾਸਿਕ ਕਿਹੜੀ ਨਦੀ ਦੇ ਕਿਨਾਰੇ ਤੇ? ਗੋਦਾਵਰੀ ਨਦੀ ਦੇ ਕਿਨਾਰੇ ਤੇ ਹੈ। ਠੀਕ ਹੈ ਜੀ। ਗੋਦਾਵਰੀ ਨਦੀ ਦੇ ਦੋ ਨਾਮ ਹੋਰ ਵੀ ਹੈਗਾ ਗਿਆ। ਕਿਹੜੇ ਕਿਹੜੇ ਨਾਮ ਹੈਗਾ? ਇਹਨੂੰ ਦੱਖਣ ਗੰਗਾ ਵੀ ਕਿਹਾ ਜਾਂਦਾ ਅਤੇ ਇਹਨੂੰ ਬੁੱਢੀ ਗੰਗਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਕਿਹਨੂੰ? ਗੋਦਾਵਰੀ ਨੂੰ। ਮਹਾਤਮਾ ਗਾਂਧੀ ਦੀ ਹੱਤਿਆ ਕਦੋਂ ਹੋਈ ਸੀ? ਮਹਾਤਮਾ ਗਾਂਧੀ ਦੀ ਹੱਤਿਆ ਹੋਈ ਸੀ 1948 ਦੇ ਵਿੱਚ ਨੱਥੂ ਰਾਮ ਗੋਡਸੇ ਦੁਆਰਾ। ਨੱਥੂ ਰਾਮ ਗੋਡਸੇ ਦੁਆਰਾ ਮਹਾਤਮਾ ਗਾਂਧੀ ਦੀ ਹੱਤਿਆ 1948 ਈਸਵੀ ਦੇ ਵਿੱਚ ਕਰ ਦਿੱਤੀ ਗਈ ਸੀ। ਕਿਊਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ ਸੀ ਜਿਹੜਾ, ਇਹ ਕਦੋਂ ਲਾਗੂ ਹੋਇਆ? ਇਹ 1942 ਦੇ ਵਿੱਚ ਲਾਗੂ ਹੋਇਆ ਸੀ ਭਾਰਤ ਛੱਡੋ ਅੰਦੋਲਨ। ਠੀਕ ਹੈ ਜੀ। ਕਿੰਨੀ ਤਰੀਕ ਨੂੰ ਲਾਗੂ ਹੋਇਆ ਸੀ? ਇਹ ਹੋਇਆ ਸੀ 8 ਅਗਸਤ 1942 ਨੂੰ ਇਹ ਲਾਗੂ ਹੋਇਆ ਸੀ। ਇਹ ਗੱਲ ਯਾਦ ਰੱਖਣੀ ਹੈ। ਓਕੇ ਜੀ। ਭਾਰਤ ਛੱਡੋ ਅੰਦੋਲਨ ਆਹ ਅੰਗਰੇਜ਼ੀ ਦੇ ਵਿੱਚ ਤੁਸੀਂ ਦੇਖ ਲਿਓ, ਪੰਜਾਬੀ ਦੇ ਵਿੱਚ ਦੱਸੂਗਾ। 1942 ਦੀ ਜਿਹੜੀ ਬਗਾਵਤ ਹੋਈ ਸੀ, ਇਹ ਭਾਰਤ ਛੱਡੋ ਅੰਦੋਲਨ ਜਿਹੜੀ ਹੋਈ ਸੀ, ਇਹ ਵਰਦਾ ਪ੍ਰਸਤਾਵ ਦੇ ਵਿੱਚ ਹੋਈ ਸੀ ਅਤੇ ਇੱਕ ਲੀਡਰ ਰਹਿਤ ਬਗਾਵਤ ਸੀ। ਇਹ 1942 ਜਿਹੜੀ ਭਾਰਤ ਛੱਡੋ ਮੂਵਮੈਂਟ ਸੀ, ਇਹਨੂੰ ਲੀਡਰ ਰਹਿਤ ਬਗਾਵਤ ਕਿਉਂ ਕਿਹਾ ਜਾਂਦਾ? ਕਿਉਂਕਿ ਤੁਹਾਨੂੰ ਦੱਸ ਦਾਂ ਅੱਗੇ ਜਾ ਕੇ। ਇਹ ਮਤਾ 8 ਅਗਸਤ 1942 ਨੂੰ ਬੰਬਈ ਵਿਖੇ ਪਾਸ ਕੀਤਾ ਗਿਆ ਸੀ ਅਤੇ ਗਾਂਧੀ ਜੀ ਨੇ ਇੱਥੇ ਕਰੋ ਜਾਂ ਮਰੋ ਦਾ ਨਾਅਰਾ ਵੀ ਲਾਇਆ ਸੀ। ਠੀਕ ਹੈ ਜੀ। ਅਤੇ 1 ਅਗਸਤ ਨੂੰ ਹੀ ਕਾਂਗਰਸ 'ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇਸ ਦੇ ਅਹਿਮ ਨੇਤਾਵਾਂ ਨੂੰ ਚੱਕ ਕੇ ਜੇਲ੍ਹ ਵਿੱਚ ਸਿੱਟਤਾ। ਠੀਕ ਹੈ ਜੀ। ਗਾਂਧੀ ਜੀ ਨੂੰ ਕਿੱਥੇ ਸਿੱਟਤਾ? ਜਾ ਕੇ ਆਗਾ ਖਾਨ ਪੈਲਸ ਦੇ ਵਿੱਚ ਪੂਨੇ ਰੱਖਿਆ ਗਿਆ ਇਹਨਾਂ ਨੂੰ। ਜਿਹਨੂੰ ਪਤਾ ਲੱਗ ਗਿਆ ਕਿ ਕਿਊਟ ਇੰਡੀਆ ਮੂਵਮੈਂਟ ਚਲਾਉਣਗੇ, ਭਾਰਤ ਛੱਡੋ ਅੰਦੋਲਨ, ਤਾਂ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਪਹਿਲੀ ਲੀਡਰ ਚੱਕ ਲਿਆ 1 ਤਰੀਕ ਨੂੰ ਇਹਨਾਂ ਦੇ INC ਦੇ, ਅਤੇ ਸਾਰੇ ਚੱਕ ਕੇ ਜੇਲ੍ਹਾਂ 'ਚ ਠੋਕਤੇ। ਠੀਕ ਹੈ ਜੀ। ਤਾਂ ਇੱਥੇ ਨਾਅਰਾ ਕਿਹੜਾ ਦਿੱਤਾ ਸੀ? ਕਰੋ ਜਾਂ ਮਰੋ ਦਾ ਨਾਅਰਾ ਕਿਹਨੇ ਦਿੱਤਾ ਸੀ? ਗਾਂਧੀ ਨੇ ਦਿੱਤਾ ਸੀ 8 ਅਗਸਤ 1942 ਨੂੰ। ਠੀਕ ਹੈ ਜੀ। ਅਤੇ ਬੰਬਈ ਵਿਖੇ ਬਿੱਲ ਪਾਸ ਕੀਤਾ ਕਿ ਨਾਅਰਾ ਦਿੱਤਾ ਸੀ 'ਚ ਕਰੋ ਜਾਂ ਮਰੋ ਦਾ ਨਾਅਰਾ ਲਾਇਆ ਸੀ। ਓਕੇ ਜੀ। ਅਤੇ 1942 ਦੇ ਵਿੱਚ ਛੱਡਿਆ ਗਿਆ ਸੀ। ਇੱਕ ਪਾਰੀ ਦੇ ਵਿੱਚ 10 ਵਿਕਟਾਂ ਲੈਣ ਦਾ ਇਕਲੌਤਾ ਭਾਰਤੀ ਕ੍ਰਿਕਟਰ ਕਿਹੜਾ ਹੈਗਾ? ਇਹ ਹੈਗਾ ਅਨਿਲ ਕੁੰਬਲੇ। ਇਹਨੇ ਇੱਕ ਪਾਰੀ ਦੇ ਵਿੱਚ 10 ਵਿਕਟਾਂ ਲੈਣੀਆਂ ਸੀ, ਰਿਕਾਰਡ ਹੈ ਇਹ ਬੰਦੇ ਦਾ। ਇਹ ਕਾਰਨਾਮਾ ਪਾਕਿਸਤਾਨ ਦੇ ਵਿਰੁੱਧ ਮੈਚ ਦੇ ਵਿੱਚ ਕੀਤਾ ਗਿਆ ਸੀ। ਜਨਪੀਠ, ਇਹ ਗਿਆਨਪੀਠ ਵੀ ਕਹਿ ਦਿੰਦੇ, ਵਿੱਚ ਜਨਨਪੀਠ ਵੀ ਕਹਿ ਦਿੰਦੇ ਆ। ਜਨਪੀਠ ਅਵਾਰਡ ਕਿਸ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈਗਾ? ਜਨਪੀਠ ਅਵਾਰਡ ਦਿੱਤਾ ਜਾਂਦਾ ਬੱਚੋ ਲਿਟਰੇਚਰ ਦੇ ਵਿੱਚ। ਜਿਵੇਂ ਕਿ ਆਪਣਾ ਭਾਰਤ ਰਤਨ ਨਾਗਰਿਕਤਾ ਦੇ ਵਿੱਚ ਸਭ ਤੋਂ ਉੱਚਾ ਅਵਾਰਡ ਆ, ਉਵੇਂ ਜਿਵੇਂ ਲਿਟਰੇਚਰ ਦੇ ਵਿੱਚ ਸਭ ਤੋਂ ਵੱਡਾ ਅਵਾਰਡ ਹੈਗਾ ਜਨਨਪੀਠ ਅਵਾਰਡ। ਆਹ ਤੁਸੀਂ ਦੇਖ ਲਓ ਇੰਗਲਿਸ਼ ਦੇ ਵਿੱਚ। 22 ਮਈ 1661 ਨੂੰ ਭਾਰਤੀ ਗਿਆਨਪੀਠ ਅਵਾਰਡ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹਦੇ ਵਿੱਚ 10 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਂਦਾ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਬਾਗ ਦੇਵੀ ਦੀ ਕਾਂਸੀ ਦੀ ਪ੍ਰਤੀਕ੍ਰਿਤੀ ਦਿੱਤੀ ਜਾਂਦੀ ਹੈ। ਇਹ ਪੁਰਸਕਾਰ ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਕਾਹਦੀਆਂ ਗੱਲਾਂ ਕੀਤੀਆਂ ਗਈਆਂ? ਭਾਸ਼ਾਵਾਂ ਦੀਆਂ ਗੱਲਾਂ ਕੀਤੀਆਂ ਗਈਆਂ। ਸੂਚੀ ਜਾਂਦਾ ਭਾਸ਼ਾ ਦੇ ਵਿੱਚ ਭਾਰਤੀ ਨਾਗਰਿਕ ਦੁਆਰਾ ਸਰਵੋਤਮ ਸਾਹਿਤਕ ਲਿਖਤ ਦੇ ਲਈ ਦਿੱਤਾ ਜਾਂਦਾ ਹੈਗਾ। ਠੀਕ ਹੈ। ਇਹ 'ਚ ਤੁਸੀਂ ਇੱਕ ਤਾਂ ਯਾਦ ਕਰਨਾ ਰਾਸ਼ੀ ਕਿੰਨੀ ਦਿੱਤੀ ਜਾਂਦੀ ਹੈ, ਇੱਕ ਕਦੋਂ ਦਿੱਤਾ ਜਾਂਦਾ ਹੈਗਾ, ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ। ਇਹਨਾਂ ਵਿੱਚੋਂ ਕਿਹੜੀ ਇੱਕ ਇਨਪੁੱਟ ਡਿਵਾਈਸ ਨਹੀਂ ਹੈ? ਆਹ ਵੀ ਇਨਪੁੱਟ ਹੈ, ਆਹ ਵੀ ਇਨਪੁੱਟ ਹੈ, ਆਹ ਵੀ ਇਨਪੁੱਟ ਹੈ। ਆਹ ਨਾ ਤਾਂ ਆਊਟਪੁੱਟ ਹੈ ਨਾ ਹੀ ਇਨਪੁੱਟ ਹੈ, ਇਹ ਮੈਂਬਰੀ ਹੈ। ਠੀਕ ਹੈ ਜੀ। ਤਾਂ ਕਰਕੇ ਇਹ ਅਲੱਗ ਆ ਜੂਗੀ। ਪੈਨਲਟੀ ਸਟਾਕ, ਪੈਨਲਟੀ ਮੈਨੂੰ ਜੁਰਮਾਨਾ ਲੈਣਾ ਕਿਸੇ ਨੂੰ। ਇਹ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਖੇਡ ਨਾਲ ਸੰਬੰਧਿਤ ਹੈਗਾ? ਤਾਂ ਇਹ ਸੰਬੰਧਿਤ ਹੈਗਾ ਆਪਣਾ ਹਾਕੀ ਦੇ ਨਾਲ। ਠੀਕ ਹੈ ਜੀ। ਅਰਜਨ ਅਵਾਰਡ ਕਿਦੋਂ ਸ਼ੁਰੂ ਕੀਤਾ ਗਿਆ ਸੀ? ਅਰਜਨ ਅਵਾਰਡ, ਤਾਂ ਅਰਜਨ ਅਵਾਰਡ ਸ਼ੁਰੂ ਕੀਤਾ ਗਿਆ ਸੀ 1961 ਦੇ ਵਿੱਚ। 1961 ਦੇ ਵਿੱਚ ਅਰਜਨ ਅਵਾਰਡ ਸ਼ੁਰੂ ਕੀਤਾ ਗਿਆ ਸੀ। ਅਤੇ ਦਰੋਣਾਚਾਰੀਆ ਅਵਾਰਡ ਕਿਹਨੂੰ ਦਿੱਤਾ ਜਾਂਦਾ ਬੱਚੇ? ਦਰੋਣਾਚਾਰੀਆ ਅਵਾਰਡ ਦਿੱਤਾ ਜਾਂਦਾ ਗੁਰੂ ਨੂੰ, ਵਧੀਆ ਕੋਚ ਨੂੰ। ਠੀਕ ਹੈ ਜੀ। ਤਾਂ B ਨੰਬਰ ਆਪਸ਼ਨ ਆ ਜਾਊਗਾ। ਜਿਹੜਾ ਕਿਸੇ ਨੂੰ ਮੈਚ ਸਿਖਾਉਂਦਾ, ਜਿਹੜੀ ਟੀਮ ਵਧੀਆ ਪਰਫੋਰਮੈਂਸ ਕਰਦੀ, ਤਾਂ ਉਹਦੇ ਦਰੋਣਾਚਾਰੀਆ ਅਵਾਰਡ ਕੋਚ ਨੂੰ ਦਿੱਤਾ ਜਾਂਦਾ। ਸਵਾਈਨ ਫਲੂ ਬਿਮਾਰੀ ਹੁੰਦੀ ਹੈ ਜਿਹੜਾ ਕਹਿੰਦੇ ਇਹਨੂੰ ਫੈਲਾਉਣ ਵਾਲਾ ਵਾਇਰਸ ਕਿਹੜਾ ਹੁੰਦਾ? ਸਵਾਈਨ ਫਲੂ ਨੂੰ ਫੈਲਾਉਣ ਵਾਲਾ H1N1। ਠੀਕ ਹੈ ਜੀ। H1N1 ਸਵਾਈਨ ਫਲੂ ਨੂੰ ਫੈਲਾਉਣ ਵਾਲਾ ਵਾਇਰਸ ਹੈ। ਨੈਸ਼ਨਲ ਵੋਟਰ ਡੇ ਕਿਸ ਦਿਨ ਮਨਾਇਆ ਜਾਂਦਾ ਹੈਗਾ? ਇਸ ਦਿਨ ਆਪਣੇ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ, ਉਸ ਦਿਨ ਹੀ ਇਹ ਨੈਸ਼ਨਲ ਵੋਟਰ ਡੇ ਮਨਾਇਆ ਜਾਂਦਾ ਹੈਗਾ। ਇਹ ਮਨਾਇਆ ਜਾਂਦਾ ਆਪਣਾ 25 ਜਨਵਰੀ ਨੂੰ, ਇਹ ਵੋਟਾਂ ਪਾਉਣੇ ਆ। ਤੰਬਾਕੂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਵਾਲਾ ਪਹਿਲਾ ਦੇਸ਼ ਕਿਹੜਾ ਬਣ ਗਿਆ ਹੈ? ਇਹ ਬਣਿਆ ਬੱਚੋ ਭੂਟਾਨ। ਇਹਨੇ 2010 ਦੇ ਵਿੱਚ ਪਾਬੰਦੀ ਲਾਈ ਸੀ। ਠੀਕ ਹੈ ਜੀ। ਤਾਂ ਇਹਨਾਂ ਆਪਣੇ 50 ਦੇ 50 ਮਿਸੀ ਕੋ ਨਿਪਟ ਗਏ ਅਤੇ ਯਾਦ ਕਰ ਲਿਓ ਚੰਗੀ ਤਰ੍ਹਾਂ। ਤੰਬਾਕੂ ਦੇ ਵਿੱਚ ਕਿਹੜਾ ਨਸ਼ੀਲਾ ਪਦਾਰਥ ਹੁੰਦਾ? ਨਿਕੋਟੀਨ। ਅਫੀਮ ਦੇ ਵਿੱਚ ਕਿਹੜਾ ਨਸ਼ੀਲਾ ਪਦਾਰਥ ਹੁੰਦਾ?
ਮਾਰਫੀਨ। ਕੌਫੀ ਦੇ ਵਿੱਚ ਕਿਹੜਾ ਨਸ਼ੀਲਾ ਪਦਾਰਥ ਹੁੰਦਾ? ਕੋਫੀਨ। ਠੀਕ ਹੈ ਜੀ, ਇਹ ਨਸ਼ੀਲੇ ਪਦਾਰਥ ਹੁੰਦੇ ਆ। ਓਕੇ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਬਹੁਤ ਬਹੁਤ ਧੰਨਵਾਦ ਦੋਸਤੋ।